नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਭਾਰਤੀ ਸੰਵਿਧਾਨ ਦਾ ਵਿਕਾਸ। ਅੱਜ ਜਿਹੜਾ ਆਪਾਂ ਭਾਗ ਪਹਿਲਾ ਪੜਾਂਗੇ ਤੇ ਇਸ ਭਾਗ ਦੇ ਵਿੱਚ ਆਪਾਂ ਪੜਾਂਗੇ ਰੈਗੂਲੇਟਿੰਗ ਐਕਟ 1773 ਤੇ ਪਿਟਸ ਇੰਡੀਆ ਐਕਟ 1784। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਹਾਂਜੀ, ਭਾਰਤੀ ਸੰਵਿਧਾਨ ਦੇ ਵਿਕਾਸ ਦੀ ਭੂਮਿਕਾ। ਸਭ ਤੋਂ ਪਹਿਲਾਂ ਭੂਮਿਕਾ ਪੜਾਂਗੇ। ਕਿਸੇ ਵੀ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹਦੀ ਰਚਨਾ ਇੱਕ ਦਿਨ ਦੇ ਵਿੱਚ ਨਹੀਂ ਹੋ ਸਕਦੀ। ਇਹ ਸੰਵਿਧਾਨ ਇੱਕ ਲੰਬੇ ਸਮੇਂ ਦੇ ਵਿਕਾਸ ਦਾ ਜਿਹੜਾ ਨਤੀਜਾ ਹੁੰਦਾ ਹੈ। ਠੀਕ ਹੈ ਜੀ। ਭਾਰਤੀ ਸੰਵਿਧਾਨ ਦੇ ਇਤਿਹਾਸਕ ਵਿਕਾਸ ਦਾ ਜਿਹੜਾ ਦੌਰ ਹੈ ਉਹ 1599 ਦੇ ਵਿੱਚ ਸ਼ੁਰੂ ਹੁੰਦਾ ਹੈ, ਜਦੋਂ 1599 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਜਿਹੜੀ ਸਥਾਪਨਾ ਹੈ ਉਹ ਬ੍ਰਿਟੇਨ ਦੇ ਵਿੱਚ ਹੁੰਦੀ ਹੈ। ਮਹਾਰਾਣੀ ਐਲਿਜ਼ਾਬੈਥ ਨੇ ਇੱਕ ਪੱਤਰ ਜਾਰੀ ਕੀਤਾ। ਇਸ ਪੱਤਰ ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ 15 ਸਾਲਾਂ ਦੇ ਲਈ ਜਿਹੜਾ ਹੈ ਵਪਾਰ ਕਰਨ ਦਾ ਜਿਹੜਾ ਇੱਕ ਅਧਿਕਾਰ ਹੈ ਜਿਹੜਾ ਦਿੱਤਾ ਗਿਆ ਤੇ ਇਸ ਨੂੰ 1599 ਦਾ ਚਾਰਟਰ ਕਿਹਾ ਜਾਂਦਾ ਹੈ। ਹਾਂਜੀ, ਇਹ ਧਿਆਨ ਰੱਖਣਾ ਹੈ ਜਿਹੜਾ ਚਾਰਟਰ ਸ਼ਬਦ ਆ ਉਹ ਸੰਵਿਧਾਨ ਦੇ ਲਈ ਹੀ ਪਹਿਲਾਂ ਵਰਤਿਆ ਜਾਂਦਾ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਇਸ ਦਸਤਾਵੇਜ਼ ਦੇ ਦੁਆਰਾ ਜਿਹੜੀ ਮਹਾਰਾਣੀ ਐਲਿਜ਼ਾਬੈਥ ਨੇ ਕੰਪਨੀ ਨੂੰ ਸਾਰੇ ਪੂਰਬੀ ਦੇਸ਼ਾਂ ਦੇ ਵਿੱਚ ਕਾਰੋਬਾਰ ਕਰਨ ਦੀ ਜਿਹੜੀਆਂ ਸ਼ਕਤੀਆਂ ਉਹ ਸੌਂਪ ਦਿੱਤੀਆਂ। ਠੀਕ ਹੈ ਜੀ। ਤੇ ਜਿਹੜੀ ਇਹ ਕੰਪਨੀ ਸੀਗੀ, ਇਸ ਕੰਪਨੀ ਦੇ ਵਿੱਚ ਸ਼ਕਤੀਆਂ ਦੀ ਵਰਤੋਂ ਕਰਨ ਦਾ ਜਿਹੜਾ ਅਧਿਕਾਰ ਹੈ ਉਹ 24 ਮੈਂਬਰੀ ਕੌਂਸਲ ਆ ਜਿਹੜਾ ਉਹ ਦਿੱਤਾ ਗਿਆ, ਉਸ ਨੂੰ ਦਿੱਤਾ ਗਿਆ। ਠੀਕ ਹੈ ਜੀ, ਧਿਆਨ ਰੱਖਣਾ ਹੈ ਜਿਹੜੀ ਕੰਪਨੀ ਹੈ ਉਹਦੀ ਇੱਕ ਕੌਂਸਲ ਸੀ ਤੇ ਉਹਦੇ ਵਿੱਚ 24 ਮੈਂਬਰ ਹੁੰਦੇ ਸਨ। ਠੀਕ ਹੈ ਜੀ। 1726 ਦਾ ਜਿਹੜਾ ਰਾਜ ਲੇਖ ਹੈ ਇਹ ਵੀ ਮਹਾਰਾਣੀ ਐਲਿਜ਼ਾਬੈਥ ਵੱਲੋਂ ਜਾਰੀ ਕੀਤਾ ਗਿਆ ਸੀ। ਇਹਦੇ ਦੁਆਰਾ ਕਲਕੱਤਾ, ਬੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਨੂੰ ਕਾਨੂੰਨ ਬਣਾਉਣ ਦੀ ਜਿਹੜੀ ਸ਼ਕਤੀ ਉਹ ਦਿੱਤੀ ਗਈ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ 1773 ਦਾ ਰੈਗੂਲੇਟਿੰਗ ਐਕਟ ਹੈ ਉਸ ਤੋਂ ਪਹਿਲਾਂ ਜਿਹੜੇ ਕਲਕੱਤਾ, ਬੰਬਈ, ਮਦਰਾਸ ਦੇ ਵਿੱਚ ਗਵਰਨਰ ਹੁੰਦੇ ਸੀਗੇ। ਠੀਕ ਹੈ, ਬਾਅਦ ਵਿੱਚ ਇਸ ਗਵਰਨਰ ਦਾ ਜਿਹੜਾ ਉਹਦਾ ਬਦਲ ਕੇ ਗਵਰਨਰ ਜਨਰਲ ਕਰ ਦਿੱਤਾ ਗਿਆ। ਹਾਂਜੀ, 1726 ਦੇ ਚਾਰਟਰ ਐਕਟ ਦੇ ਦੁਆਰਾ ਭਾਰਤ ਦੇ ਵਿੱਚ ਸਥਿਤ ਜਿਹੜੀ ਕੰਪਨੀ ਸੀ ਈਸਟ ਇੰਡੀਆ ਕੰਪਨੀ, ਉਸ ਨੂੰ ਨਿਯਮ ਬਣਾਉਣ, ਓਪਨਿਜ਼ਮ ਬਣਾਉਣ ਤੇ ਆਰਡੀਨੈਂਸ ਜਾਰੀ ਕਰਨ ਦੀਆਂ ਜਿਹੜੀਆਂ ਸ਼ਕਤੀਆਂ ਹੈ ਉਹ ਇਸੇ ਕੰਪਨੀ ਈਸਟ ਇੰਡੀਆ ਕੰਪਨੀ ਨੂੰ ਦਿੱਤੀਆਂ ਗਈਆਂ। ਠੀਕ ਹੈ ਜੀ। ਇਸ ਤੋਂ ਪਹਿਲਾਂ 1726 ਤੋਂ ਪਹਿਲਾਂ ਜੋ ਵੀ ਨਿਯਮ ਆਰਡੀਨੈਂਸ ਬਣਾਏ ਜਾਂਦੇ ਸੀਗੇ ਉਹ ਬ੍ਰਿਟਿਸ਼ ਗਵਰਨਮੈਂਟ ਦੁਆਰਾ ਬਣਾਏ ਜਾਂਦੇ ਸੀਗੇ। ਠੀਕ ਹੈ ਜੀ। ਤੇ 1726 ਦੇ ਵਿੱਚ ਇਹ ਜਿਹੜੇ ਅਧਿਕਾਰ ਹੈ ਈਸਟ ਇੰਡੀਆ ਕੰਪਨੀ ਦੇ ਕੋਲ ਆ ਗਏ। ਠੀਕ ਹੈ ਜੀ, ਧਿਆਨ 'ਚ ਰੱਖਣੀ ਜੀ ਸਾਰੇ ਫੈਕਟ। ਹਾਂਜੀ, ਅੱਜ ਦਾ ਜਿਹੜਾ ਆਪਣਾ ਮੇਨ ਟੌਪਿਕ ਹੈ ਉਹ ਹੈ ਰੈਗੂਲੇਟਿੰਗ ਐਕਟ 1773। ਠੀਕ ਹੈ ਜੀ। ਹਾਂਜੀ, 1773 ਦਾ ਜਿਹੜਾ ਰੈਗੂਲੇਟਿੰਗ ਐਕਟ ਹੈ ਇਹ ਅਸਲ ਦੇ ਵਿੱਚ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਸੀ ਉਹਦੇ ਦੁਆਰਾ ਈਸਟ ਇੰਡੀਆ ਕੰਪਨੀ ਦੇ ਉੱਪਰ ਕੰਟਰੋਲ ਕਰਨ ਦੇ ਲਈ ਤੇ ਕੰਪਨੀ ਦੇ ਹੱਥਾਂ ਤੋਂ ਰਾਜਨੀਤਿਕ ਸ਼ਕਤੀ ਖੋਹਣ ਦੇ ਲਈ ਲਿਆਂਦਾ ਗਿਆ ਸੀ। ਠੀਕ ਹੈ ਜੀ। ਰਾਜਨੀਤਿਕ ਸ਼ਕਤੀ ਜਿਹੜੀ ਉਹ ਬ੍ਰਿਟਿਸ਼ ਸੰਸਦ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਸੀ ਤੇ ਬੰਗਾਲ ਦੇ ਵਿੱਚ ਜਿਹੜੇ ਵੀ ਮਾੜੇ ਪ੍ਰਸ਼ਾਸਨ ਦੇ ਕਾਰਨ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਈਸਟ ਇੰਡੀਆ ਕੰਪਨੀ ਦੁਆਰਾ, ਜੋ ਲੁੱਟ ਖਸੁੱਟ ਕੀਤੀ ਜਾਂਦੀ ਸੀ ਕੰਪਨੀ ਦੇ ਕਰਮਚਾਰੀਆਂ ਦੁਆਰਾ, ਉਸ ਨੂੰ ਕੰਟਰੋਲ ਕਰਨ ਦੇ ਲਈ ਇਹ ਰੈਗੂਲੇਟਿੰਗ ਐਕਟ 1773 ਹੈ ਜਿਹੜਾ ਉਹ ਲਿਆਂਦਾ ਗਿਆ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੇ ਲਈ ਬ੍ਰਿਟਿਸ਼ ਸੰਸਦ ਨੂੰ ਇਸ ਕਾਨੂੰਨ ਦੀ ਜ਼ਰੂਰਤ ਮਹਿਸੂਸ ਹੋਈ। ਇਸ ਕਾਰਨ ਬ੍ਰਿਟਿਸ਼ ਸੰਸਦ ਜਾਂ ਪਾਰਲੀਮੈਂਟ ਨੇ 1773 ਦੇ ਵਿੱਚ ਰੈਗੂਲੇਟਿੰਗ ਐਕਟ ਹੈ ਜਿਹੜਾ ਉਹ ਪਾਸ ਕੀਤਾ। ਇਸ ਨੂੰ 1774 ਦੇ ਵਿੱਚ ਲਾਗੂ ਕੀਤਾ ਗਿਆ। ਠੀਕ ਹੈ, ਕਈ ਵਾਰ ਸਵਾਲ ਹੈ ਜਿਹੜਾ ਉਹ ਲਾਗੂ ਬਾਰੇ ਪੁੱਛਿਆ ਜਾਂਦਾ ਵੀ ਕਦੋਂ ਇੰਪਲੀਮੈਂਟ ਕੀਤਾ ਗਿਆ, ਤਾਂ ਧਿਆਨ ਰੱਖਣਾ 1774 ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਸੀ ਤੇ ਐਕਟ ਜਿਹੜਾ ਪਾਸ ਕੀਤਾ ਗਿਆ ਸੀ ਉਹ 1773 ਦੇ ਵਿੱਚ ਕੀਤਾ ਗਿਆ ਸੀ। ਤੇ ਜਿਹੜਾ ਇਹ ਐਕਟ ਸੀਗਾ ਭਾਰਤ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਸਿੱਧਾ ਚੁੱਕਿਆ ਗਿਆ ਇਹ ਪਹਿਲਾ ਕਦਮ ਸੀ। ਇਸ ਐਕਟ ਦੇ ਤਹਿਤ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਸਨੇ ਭਾਰਤ ਦੇ ਵਿੱਚ ਕਾਨੂੰਨ ਬਣਾਉਣ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹ ਪਹਿਲੀ ਵਾਰ ਕੀਤੀ ਸੀ। ਠੀਕ ਹੈ ਜੀ, ਧਿਆਨ ਰੱਖਣਾ ਇੰਪੋਰਟੈਂਟ ਫੈਕਟ ਹੈ ਇਹ ਵੀ ਐਗਜ਼ਾਮ 'ਚ ਪੁੱਛਿਆ ਗਿਆ। 1773 ਦੇ ਐਕਟ ਦੇ ਜਿਹੜੇ ਮੁੱਖ ਉਪਬੰਧ ਜਾਂ ਵਿਸ਼ੇਸ਼ਤਾਵਾਂ ਕਿਹੜੀਆਂ ਸਨ? ਸਭ ਤੋਂ ਪਹਿਲੀ ਵਿਸ਼ੇਸ਼ਤਾ ਸੀ ਕਿ ਇਸ ਐਕਟ ਦੇ ਤਹਿਤ ਪਹਿਲੀ ਵਾਰ ਕੰਪਨੀ ਦੇ ਪ੍ਰਬੰਧਕੀ ਤੇ ਰਾਜਨੀਤਿਕ ਕੰਮਾਂ ਦੇ ਨੂੰ ਮਾਨਤਾ ਦਿੱਤੀ ਗਈ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਇਹ ਵੀ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਵੀ ਕੰਪਨੀ ਦੇ ਪ੍ਰਬੰਧਕੀ ਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਕਿਸ ਐਕਟ ਦੇ ਤਹਿਤ ਦਿੱਤੀ ਗਈ ਸੀ, ਤੇ ਇਹਦਾ ਰਾਈਟ ਆਨਸਰ ਬਣੇਗਾ 1773 ਦਾ ਰੈਗੂਲੇਟਿੰਗ ਐਕਟ। ਤੇ ਦੂਸਰਾ ਜਿਹੜਾ ਫੈਕਟ ਇਸੇ ਦੇ ਵਿੱਚ ਉਹ ਹੈ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਜਿਹੜੀ ਉਹ ਨੀਂਹ ਰੱਖੀ ਗਈ। ਠੀਕ ਹੈ ਜੀ, ਸੈਂਟਰਲ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਵੀ 1773 ਦੇ ਐਕਟ ਦੇ ਤਹਿਤ ਰੱਖੀ ਗਈ। ਹਾਂਜੀ, ਇਸ ਐਕਟ ਤੋਂ ਪਹਿਲਾਂ ਬੰਗਾਲ, ਮਦਰਾਸ ਅਤੇ ਬੰਬੇ ਦੇ ਜਿਹੜੇ ਗਵਰਨਰ ਹੈ ਇੱਕ ਦੂਜੇ ਦੇ ਪ੍ਰਤੀ ਜਵਾਬਦੇਹ ਨਹੀਂ ਸਨ। ਠੀਕ ਹੈ ਜੀ, ਆਪਣੇ ਫੈਸਲੇ ਖੁਦ ਲੈਣ ਦੇ ਲਈ ਆਜ਼ਾਦ ਸਨ ਬੰਬਈ, ਮਦਰਾਸ ਤੇ ਬੰਗਾਲ ਦੇ ਗਵਰਨਰ। ਪਰ ਇਸ ਐਕਟ ਦੇ ਅਨੁਸਾਰ ਬੰਬਈ ਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹਨਾਂ ਨੂੰ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਹੈ ਜਿਹੜਾ ਉਹ ਕਰ ਦਿੱਤਾ ਗਿਆ। ਠੀਕ ਹੈ ਜੀ, ਹੁਣ ਜਿਹੜੇ ਬੰਬਈ ਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹ ਖੁਦ ਫੈਸਲੇ ਨਹੀਂ ਲੈ ਸਕਦੇ ਸਨ ਤੇ ਉਹਨਾਂ ਨੂੰ ਫੈਸਲੇ ਜਿਹੜੇ ਲੈਣੇ ਪੈਂਦੇ ਸੀਗੇ ਉਹ ਸਲਾਹ ਕਰਨੀ ਪੈਂਦੀ ਸੀ ਬੰਗਾਲ ਦੇ ਗਵਰਨਰ ਜਨਰਲ ਦੇ ਨਾਲ। ਰੈਗੂਲੇਟਿੰਗ ਐਕਟ 1773 ਦੇ ਵਿੱਚ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਕਿਹਾ ਜਾਣ ਲੱਗਾ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖਣਾ ਹੈ ਜਿਹੜਾ ਬੰਗਾਲ ਦਾ ਗਵਰਨਰ ਸੀਗਾ ਉਹਦਾ ਬਦਲ ਕੇ ਗਵਰਨਰ ਜਨਰਲ ਕਰ ਦਿੱਤਾ ਗਿਆ, ਗਵਰਨਰ ਜਨਰਲ ਆਫ ਬੰਗਾਲ ਕਰ ਦਿੱਤਾ ਗਿਆ। ਠੀਕ ਹੈ ਜੀ, ਧਿਆਨ ਰੱਖਣਾ ਹੈ। ਤੇ ਇਹੀ ਉਹਦਾ ਬਾਅਦ ਵਿੱਚ 1833 ਦੇ ਚਾਰਟਰ ਐਕਟ ਦੇ ਵਿੱਚ ਗਵਰਨਰ ਜਨਰਲ ਆਫ ਇੰਡੀਆ ਕੀਤਾ ਗਿਆ। ਠੀਕ ਹੈ, ਧਿਆਨ ਰੱਖਣਾ ਹੈ। ਤੇ ਇਹੀ ਜਿਹੜਾ ਉਹਦਾ ਹੈ ਬਾਅਦ ਵਿੱਚ ਬਦਲ ਕੇ ਵਾਇਸ ਰਾਏ ਆਫ ਇੰਡੀਆ ਕੀਤਾ ਗਿਆ, ਭਾਰਤ ਦਾ ਵਾਇਸ ਰਾਏ। ਠੀਕ ਹੈ, ਪਹਿਲਾਂ ਗਵਰਨਰ ਰਿਹਾ 1773 ਤੋਂ ਪਹਿਲਾਂ ਤੇ ਬਾਅਦ ਵਿੱਚ 1773 ਦੇ ਐਕਟ ਦੇ ਵਿੱਚ ਇਸ ਗਵਰਨਰ ਦੇ ਅਹੁਦੇ ਦਾ ਨਾਮ ਗਵਰਨਰ ਜਨਰਲ ਬਣ ਗਿਆ, ਗਵਰਨਰ ਜਨਰਲ ਆਫ ਬੰਗਾਲ। ਫਿਰ ਇਸੇ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਕਿਹਾ ਜਾਣ ਲੱਗ ਗਿਆ 1833 ਦੇ ਚਾਰਟਰ ਐਕਟ ਦੇ ਵਿੱਚ। ਤੇ ਬਾਅਦ ਵਿੱਚ
ਇਸੇ ਗਵਰਨਰ ਜਨਰਲ ਆਫ ਇੰਡੀਆ ਦਾ ਜਿਹੜਾ ਉਹਦਾ ਹੈ ਇਹਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਵਾਇਸਰਾਏ ਆਫ ਇੰਡੀਆ। ਠੀਕ ਹੈ, ਧਿਆਨ ਰੱਖਣੇ ਜੀ। ਹਾਂਜੀ, ਗਵਰਨਰ ਜਨਰਲ ਦੀ ਸਹਾਇਤਾ ਦੇ ਲਈ 4 ਮੈਂਬਰੀ ਜਿਹੜੀ ਹੈਗੀ ਹੈ ਐਗਜ਼ੀਕਿਊਟਿਵ ਕੌਂਸਲ, ਕਾਰਜਕਾਰੀ ਕੌਂਸਲ ਬਣਾਈ ਗਈ। ਠੀਕ ਹੈ ਜੀ, ਧਿਆਨ ਰੱਖਣਾ ਹੈ। ਜਿਹੜੀ ਪਹਿਲੀ 4 ਮੈਂਬਰੀ ਕਾਰਜਕਾਰੀ ਕੌਂਸਲ ਬਣੀ ਸੀ ਉਹਦੇ 4 ਮੈਂਬਰਾਂ ਦੇ ਨਾਮ ਸੀ ਫਿਲਿਪ ਫ੍ਰਾਂਸਿਸ, ਠੀਕ ਹੈ ਜੀ, ਕਲੇਵਰਿੰਗ, ਮਾਨਸਨ ਤੇ ਵਾਰਵੈਲ। ਠੀਕ ਹੈ, ਧਿਆਨ 'ਚ ਰੱਖਣਾ ਹੈ। ਫਿਲਿਪ ਫ੍ਰਾਂਸਿਸ, ਕਲੇਵਰਿੰਗ, ਮਾਨਸਨ ਤੇ ਵਾਰਵੈਲ, ਇਹ 4 ਮੈਂਬਰੀ ਕਮੇਟੀ ਸੀ, ਸਭ ਤੋਂ ਪਹਿਲੀ ਜਿਹੜੀ ਬਣੀ ਸੀ ਗਵਰਨਰ ਜਨਰਲ ਦੀ ਸਹਾਇਤਾ ਦੇ ਲਈ। ਹਾਂਜੀ, ਇਸ ਦੀ ਜਿਹੜੀ ਗਵਰਨਰ ਜਨਰਲ ਦੀ ਸਹਾਇਤਾ ਲਈ ਬਣੀ ਕੌਂਸਲ ਦੀ ਮਿਆਦ ਹੈ ਜਿਹੜੀ ਉਹ 5 ਸਾਲ ਹੁੰਦੀ ਸੀ। ਕੋਰਟ ਆਫ ਡਾਇਰੈਕਟਰਸ, ਠੀਕ ਹੈ ਜੀ, ਦੀ ਸਿਫਾਰਿਸ਼ ਤੇ ਬ੍ਰਿਟਿਸ਼ ਬਾਦਸ਼ਾਹ ਦੁਆਰਾ ਇਹਨਾਂ ਦੀ ਜਿਹੜੀ ਨਿਯੁਕਤੀ 5 ਸਾਲ ਲਈ ਕੀਤੀ ਜਾਂਦੀ ਸੀ ਤੇ 5 ਸਾਲ ਤੋਂ ਪਹਿਲਾਂ ਵੀ ਇਹਨੂੰ ਹਟਾਇਆ ਜਾ ਸਕਦਾ ਸੀ। ਠੀਕ ਹੈ, ਧਿਆਨ ਰੱਖਣਾ ਹੈ। ਜਿਹੜਾ ਗਵਰਨਰ ਜਨਰਲ ਹੈ ਉਹਦੀ ਨਿਯੁਕਤੀ ਹੈ ਜਿਹੜੀ ਜਾਂ ਉਹਦੀ ਕੌਂਸਲ ਦੀ ਨਿਯੁਕਤੀ ਹੈ ਉਹ ਕੋਰਟ ਆਫ ਡਾਇਰੈਕਟਰਸ ਕਰਦਾ ਸੀ ਤੇ ਕੋਰਟ ਆਫ ਡਾਇਰੈਕਟਰ ਜਿਨ੍ਹਾਂ ਨਾਵਾਂ ਨੂੰ ਉਹ ਸਿਲੈਕਟ ਕਰਦਾ ਸੀ ਉਹਦੀ ਲਿਸਟ ਜਿਹੜੀ ਬਣਾ ਕੇ ਬ੍ਰਿਟਿਸ਼ ਬਾਦਸ਼ਾਹ ਜਾਂ ਬ੍ਰਿਟੇਨ ਦੇ ਰਾਜਾ ਨੂੰ ਭੇਜੀ ਜਾਂਦੀ ਸੀ ਤੇ ਬ੍ਰਿਟੇਨ ਦਾ ਜਿਹੜਾ ਰਾਜਾ ਉੱਤੇ ਸਹਿਮਤੀ ਦਿੰਦਾ ਸੀ ਤੇ ਉਹਦੇ ਤੋਂ ਹਟਾਉਣਾ ਜਿਹੜੀ ਹੈਗਾ ਉਹ ਅਧਿਕਾਰ ਹੈ ਉਹ ਵੀ ਬ੍ਰਿਟਿਸ਼ ਦੇ ਰਾਜੇ ਦੇ ਕੋਲ ਸੀ। ਲਾਰਡ ਵਾਰਨ ਹੇਸਟਿੰਗ ਬੰਗਾਲ ਦਾ ਜਿਹੜਾ ਪਹਿਲਾ ਗਵਰਨਰ ਜਨਰਲ ਬਣਿਆ, ਇਹ ਧਿਆਨ ਰੱਖਣਾ ਜੀ, ਇਹ ਵੀ ਇੰਪੋਰਟੈਂਟ ਫੈਕਟ ਹੈ। ਠੀਕ ਹੈ ਜੀ, 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ 500 ਪਾਉਂਡ ਸ਼ੇਅਰ ਧਾਰਕਾਂ ਦੀ ਬਜਾਏ 1000 ਪਾਉਂਡ ਸ਼ੇਅਰ ਧਾਰਕਾਂ ਨੂੰ ਕੋਰਟ ਆਫ ਡਾਇਰੈਕਟਰਸ ਦੇ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ। ਜਿਹੜੀ ਕੋਰਟ ਆਫ ਡਾਇਰੈਕਟਰਸ ਹੈ ਇਹਦੇ 24 ਮੈਂਬਰਾਂ ਦੀ ਇੱਕ ਗਵਰਨਿੰਗ ਬੋਡੀ ਹੈ, ਇਹਦੇ ਵਿੱਚ 24 ਮੈਂਬਰ ਸੀ। ਪਹਿਲਾਂ ਇਹ 24 ਮੈਂਬਰਾਂ ਦੀ ਜਿਹੜੀ ਚੋਣ ਹੈ ਕੰਪਨੀ ਦੇ ਵੱਖ-ਵੱਖ ਹਿੱਸੇਦਾਰ ਹੁੰਦੇ ਸੀ ਜਿਨ੍ਹਾਂ ਦਾ ਹਿੱਸਾ 500 ਪਾਉਂਡ ਤੋਂ ਵੱਧ ਹੁੰਦਾ ਸੀ ਜਾਂ 500 ਪਾਉਂਡ ਹੁੰਦਾ ਸੀ, ਉਹ ਇਹਨਾਂ 24 ਮੈਂਬਰਾਂ ਦੀ ਚੋਣ ਕਰਨ ਦੇ ਵਿੱਚ ਵੋਟਿੰਗ ਦੀ ਪ੍ਰਕਿਰਿਆ 'ਚ ਹਿੱਸਾ ਲੈਂਦੇ ਸੀ। ਬਾਅਦ ਦੇ ਵਿੱਚ ਇਸ ਨੂੰ ਵਿੱਚ ਸੋਧ ਕਰ ਦਿੱਤੀ ਗਈ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ। ਹੁਣ ਉਹ ਸ਼ੇਅਰ ਧਾਰਕ, ਉਹ ਸ਼ੇਅਰ ਹੋਲਡਰ ਜਿਨ੍ਹਾਂ ਦੇ ਕੋਲ 1000 ਪਾਉਂਡ ਦੇ ਇਸ ਕੰਪਨੀ ਦੇ ਸ਼ੇਅਰ ਸਨ, ਉਹੀ ਇਸ ਵੋਟਿੰਗ ਪ੍ਰੋਸੈਸ ਦੇ ਵਿੱਚ ਹਿੱਸਾ ਲੈ ਕੇ 24 ਮੈਂਬਰਾਂ ਦੀ ਗਵਰਨਿੰਗ ਹੈ ਜਿਹੜੀ ਉਹਨੂੰ ਉਹ ਚੋਣ ਕਰ ਸਕਦੇ ਸਨ। ਠੀਕ ਹੈ ਜੀ, ਧਿਆਨ ਰੱਖਣਾ ਹੈ। ਜਿਹੜਾ ਕੰਪਨੀ ਦਾ ਡਾਇਰੈਕਟਰ ਸੀਗਾ ਪਹਿਲਾਂ ਉਹਦੀ ਮਿਆਦ ਹੈ ਉਹ 1 ਸਾਲ ਹੁੰਦੀ ਸੀ, ਉਹ ਵਧਾ ਕੇ 4 ਸਾਲ ਕਰ ਦਿੱਤੀ ਗਈ। ਠੀਕ ਹੈ ਜੀ, ਤੇ ਇਸ 24 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਹਰ ਸਾਲ 1/4 ਮੈਂਬਰ, ਜੇ 24 ਦਾ 1/4 ਕਰਾਂਗੇ ਤਾਂ 6 ਮੈਂਬਰ ਜਿਹੜੇ ਉਹ ਰਿਟਾਇਰ ਹੋ ਜਾਂਦੇ ਸੀ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਬਿਲਕੁਲ ਰਾਜ ਸਭਾ ਦੀ ਤਰ੍ਹਾਂ, ਜਿਵੇਂ ਰਾਜ ਸਭਾ ਦੇ ਮੈਂਬਰ ਹਰ 2 ਸਾਲ ਬਾਅਦ 1/3 ਮੈਂਬਰ ਰਿਟਾਇਰ ਹੋ ਜਾਂਦੇ ਸੀ, ਉਸੇ ਤਰ੍ਹਾਂ ਇੱਥੇ ਹਰ ਸਾਲ ਬਾਅਦ 1/4 ਮੈਂਬਰ ਭਾਵ 6 ਮੈਂਬਰ ਰਿਟਾਇਰ ਹੋ ਜਾਂਦੇ ਸੀ ਤੇ ਉਹਦੀ ਜਗ੍ਹਾ ਤੇ ਨਵੇਂ ਮੈਂਬਰਾਂ ਨੂੰ ਚੁਣ ਲਿਆ ਜਾਂਦਾ ਸੀ। ਠੀਕ ਹੈ ਜੀ, ਇਹ ਫੈਕਟ ਸਾਰੇ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਹਾਂਜੀ, ਕੰਪਨੀ ਦਾ ਜਿਹੜਾ ਡਾਇਰੈਕਟਰ ਸੀ ਜਿਹੜੀ ਕਿ 24 ਮੈਂਬਰੀ ਕਮੇਟੀ ਸੀਗੀ, ਠੀਕ ਹੈ ਜੀ, ਇਸ ਡਾਇਰੈਕਟਰ ਨੂੰ ਕਿਹਾ ਗਿਆ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਕਿ ਇਹ ਰਾਜਸਵ, ਸਿਵਲ ਤੇ ਮਿਲਟਰੀ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਹੈ, ਠੀਕ ਹੈ ਜੀ, ਇਸ ਦੁਆਰਾ ਕੀਤੇ ਜਾਣਗੇ। ਇਹਨਾਂ ਸਾਰੇ ਕੰਮਾਂ ਨੂੰ ਉਹ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਉਹਨੂੰ ਜਾਣੂ ਕਰਵਾਉਣਗੇ। ਠੀਕ ਹੈ ਜੀ, ਜਾਣੀ ਕਿ ਜਿਹੜਾ ਕੰਪਨੀ ਦਾ ਜਿਹੜਾ ਡਾਇਰੈਕਟਰ ਸੀਗਾ, ਠੀਕ ਹੈ, ਉਹਨੂੰ ਵੀ ਜਿਹੜਾ ਹੈ ਸਿੱਧੇ ਜਿਹੜਾ ਹੈ ਬ੍ਰਿਟੇਨ ਦੇ ਰਾਜਾ ਦੇ ਅਧੀਨ ਲਿਆਂਦਾ ਗਿਆ। ਠੀਕ ਹੈ ਜੀ, ਹੁਣ ਧਿਆਨ ਦਿਓ, ਜਿਹੜੇ ਬ੍ਰਿਟੇਨ ਦੇ ਰਾਜਾ ਦੇ ਅਧੀਨ ਆ ਗਈ ਕੰਪਨੀ ਦਾ ਜਿਹੜਾ ਡਾਇਰੈਕਟਰ, ਜਿਹੜੀ 24 ਮੈਂਬਰੀ ਗਵਰਨਿੰਗ ਬੋਡੀ ਸੀ, ਇਹ 24 ਮੈਂਬਰੀ ਗਵਰਨਿੰਗ ਬੋਡੀ ਦੇ ਮੈਂਬਰਾਂ ਦੀ ਚੋਣ ਹੈ ਜਿਹੜੇ 1000 ਜਿਹੜੇ ਸ਼ੇਅਰ ਹੋਲਡਰ ਕੰਪਨੀ ਦੇ ਸੀ ਉਹ ਨਿਯੁਕਤ ਕਰਦੇ ਸੀ ਤੇ ਜਿਹੜੇ ਇਹ ਜਿਹੜਾ 24 ਮੈਂਬਰੀ ਕਮੇਟੀ ਸੀਗੀ ਜਿਹਨੂੰ ਆਪਾਂ ਡਾਇਰੈਕਟਰ ਕਹਾਂਗੇ, ਠੀਕ ਹੈ ਜੀ, ਤੇ ਇਹ ਅੱਗੇ ਜਾ ਕੇ ਗਵਰਨਰ ਜਨਰਲ ਦੀ ਚੋਣ ਕਰਦੇ ਸੀ ਤੇ ਉਹਦੀ ਕੌਂਸਲ ਦੀ ਚੋਣ ਕਰਦੀ ਸੀ ਤੇ ਇਹਨਾਂ ਦੇ ਕੌਂਸਲ ਦੀ ਚੋਣ ਕਰਕੇ ਇਹਨਾਂ ਦੀ ਨਾਵਾਂ ਦੀ ਰਿਕਮੈਂਡੇਸ਼ਨ ਹੈ ਉਹ ਭੇਜੀ ਜਾਂਦੀ ਸੀ ਬ੍ਰਿਟੇਨ ਦੇ ਰਾਜਾ ਨੂੰ। ਇਸ ਐਕਟ ਦੇ ਤਹਿਤ 1774 ਦੇ ਵਿੱਚ ਬੰਗਾਲ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖਣਾ। ਇਹ 1774 ਦੇ ਵਿੱਚ ਕੀਤੀ ਗਈ ਸੀ ਪਰ ਐਕਟ ਹੈ ਜਿਹੜਾ ਇਹ 1773 ਦਾ ਸੀ। ਰੈਗੂਲੇਟਿੰਗ ਐਕਟ 1773 ਦੇ ਤਹਿਤ 1774 ਯਾਨੀ ਕਿ 1 ਸਾਲ ਬਾਅਦ ਹੀ ਸੁਪਰੀਮ ਕੋਰਟ ਦੀ ਸਥਾਪਨਾ ਕਰ ਦਿੱਤੀ ਗਈ ਤੇ ਕਿੱਥੇ ਕੀਤੀ ਸੀ? ਬੰਗਾਲ ਦੇ ਵਿੱਚ ਕੀਤੀ ਸੀ। ਚੀਫ ਜਸਟਿਸ ਤੋਂ ਬਿਨਾਂ ਇਹ 3 ਹੋਰ ਜੱਜ ਦੇ ਲਈ ਵਿੱਚ ਨਿਯੁਕਤ ਕੀਤੇ ਗਏ। ਕੁੱਲ 4 ਮੈਂਬਰੀ ਇਹ ਕਮੇਟੀ ਸੀ ਸੁਪਰੀਮ ਕੋਰਟ ਦੀ ਤੇ ਪਹਿਲੇ ਜਿਹੜੇ ਚੀਫ ਜਸਟਿਸ ਬਣੇ ਸੀ ਉਹ ਸਰ ਅਲੀਜ਼ਾ MP ਬਣੇ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ, ਸਰ ਅਲੀਜ਼ਾ MP ਬਣੇ ਸੀ। ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਸਾਰੇ ਧਿਆਨ ਚ ਰੱਖਣੇ ਜੀ। ਹਾਂਜੀ, ਇਸ ਅਦਾਲਤ ਦਾ ਜਿਹੜਾ ਕਾਰਜ ਖੇਤਰ ਸੀ ਉਹ ਸੀ ਬੰਗਾਲ, ਬਿਹਾਰ ਤੇ ਉੜੀਸਾ ਤੱਕ ਹੀ ਸੀ। ਠੀਕ ਹੈ ਜੀ, ਬੰਗਾਲ, ਬਿਹਾਰ, ਉੜੀਸਾ ਦੇ ਵਿੱਚ ਜੋ ਵੀ ਮੁਕੱਦਮਿਆਂ ਦੀ ਪੈਰਵਾਈ ਹੁੰਦੀ ਸੀਗੀ ਉਹ ਸਾਰੇ ਫੈਸਲਿਆਂ ਦਾ ਨਿਪਟਾਰਾ ਇਸ ਸੁਪਰੀਮ ਕੋਰਟ ਦੁਆਰਾ ਕੀਤਾ ਜਾਂਦਾ ਸੀ। ਇਹ ਅਦਾਲਤ ਕੇਸਾਂ ਦਾ ਜਿਹੜਾ ਫੈਸਲਾ ਹੈ, ਠੀਕ ਹੈ ਜੀ, ਅੰਗਰੇਜ਼ੀ ਕਾਨੂੰਨ ਦੇ ਅਨੁਸਾਰ ਕਰਦੀ ਸੀਗੀ। ਧਿਆਨ ਰੱਖਣਾ, ਇਹ ਜਿਹੜੇ ਸਾਰੇ ਫੈਸਲੇ ਕੀਤੇ ਜਾਂਦੇ ਸੀ ਉਹ ਅੰਗਰੇਜ਼ੀ ਕਾਨੂੰਨ ਦੇ ਅਨੁਸਾਰ ਕੀਤੇ ਜਾਂਦੇ ਸੀ ਤੇ ਕੰਪਨੀ ਦੇ ਜਿੰਨੇ ਵੀ ਕਰਮਚਾਰੀ ਹੁੰਦੇ ਸੀਗੇ ਉਹ ਚੀਫ ਜਸਟਿਸ ਦੇ ਅਧੀਨ ਹੁੰਦੇ ਸਨ। ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਹੈ ਉਹ ਗਵਰਨਰ ਜਨਰਲ ਤੇ ਉਸਦੀ ਕੌਂਸਲ ਦੇ ਕੋਲ ਹੁੰਦਾ ਸੀ। ਠੀਕ ਹੈ ਜੀ, ਗਵਰਨਰ ਜਨਰਲ ਤੇ ਕੌਂਸਲ ਦੀ ਜਿਹੜੀ ਨਿਯੁਕਤੀ ਹੈ ਉਹ ਬੋਰਡ ਆਫ ਡਾਇਰੈਕਟਰ ਦੁਆਰਾ ਕੀਤੀ ਜਾਂਦੀ ਸੀਗੀ। ਇਹ 24 ਮੈਂਬਰੀ ਕਮੇਟੀ ਸੀਗੀ। ਠੀਕ ਹੈ ਜੀ, ਪਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਭਾਰਤ ਦਾ ਜਿਹੜਾ ਸਕੱਤਰ ਹੈ ਜਾਂ ਸਚਿਵ ਹੈ ਉਹਦੀ ਇਜਾਜ਼ਤ ਲੈਣੀ ਪੈਂਦੀ ਸੀ। ਜੋ ਵੀ ਕਾਨੂੰਨ ਗਵਰਨਰ ਜਨਰਲ ਤੇ ਉਸਦੀ ਕੌਂਸਲ 4 ਮੈਂਬਰੀ ਕੌਂਸਲ ਸੀ, ਧਿਆਨ ਰੱਖਣਾ, ਕਾਨੂੰਨ ਬਣਾਉਂਦੀ ਸੀ ਤਾਂ ਉਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਭਾਰਤ ਦਾ ਜਿਹੜਾ ਸਚਿਵ ਹੈ ਜਾਂ ਸਕੱਤਰ ਹੈ ਉਹਦੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ। ਇਸ ਐਕਟ ਦੁਆਰਾ ਕੰਪਨੀ ਦੇ ਕਰਮਚਾਰੀਆਂ ਤੇ ਨਿੱਜੀ ਕਾਰੋਬਾਰ ਤੇ ਪਾਬੰਦੀ ਲਗਾ ਦਿੱਤੀ ਗਈ। ਠੀਕ ਹੈ ਜੀ, ਧਿਆਨ ਰੱਖਣਾ, ਜਿਹੜੇ ਕੰਪਨੀ ਦੇ ਜਿਹੜੇ ਕਰਮਚਾਰੀ ਸੀਗੇ ਉਹ ਬਹੁਤ ਜ਼ਿਆਦਾ ਲੁੱਟ-ਖਸੁੱਟ ਕਰਦੇ ਸੀ, ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ। ਠੀਕ ਹੈ ਜੀ, ਉਹ ਕੰਪਨੀ ਦਾ ਸਮਾਨ ਕਹਿ ਕੇ ਆਪਣਾ ਨਿੱਜੀ ਵਪਾਰ ਕਰਦੇ ਸੀ ਕਿ ਟੈਕਸ ਦੇਣ ਤੋਂ ਬਚਦੇ ਸੀਗੇ। ਠੀਕ ਹੈ ਜੀ, ਤੇ ਫਿਰ ਇਸ ਐਕਟ ਜਿਹੜਾ ਰੈਗੂਲੇਟਿੰਗ ਐਕਟ ਹੈ 1773 ਇਹਦੇ ਵਿੱਚ ਨਿੱਜੀ ਵਪਾਰ ਤੇ ਰੋਕ ਲਗਾ ਦਿੱਤੀ ਗਈ। ਜੇ ਕਰਮਚਾਰੀ ਨਿੱਜੀ ਵਪਾਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਗਿਆ। ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਜੋ ਉਹ ਭਾਰਤੀ ਰਾਜਾਂ ਨੂੰ ਤੰਗ ਪਰੇਸ਼ਾਨ ਨਾ ਕਰਨ, ਉਹਨਾਂ ਤੋਂ ਤੋਹਫੇ ਨਾ ਲੈਣ, ਉਹਨਾਂ ਤੋਂ ਰਿਸ਼ਵਤਾਂ ਨਾ ਲੈਣ। ਠੀਕ ਹੈ ਜੀ, ਧਿਆਨ ਰੱਖਣਾ, ਤੇ ਤੋਹਫੇ ਤੇ ਰਿਸ਼ਵਤਾਂ ਲੈਣ ਤੇ ਵੀ ਮਨਾਹੀ ਕਰ ਦਿੱਤੀ ਗਈ। ਠੀਕ ਹੈ, ਇਸ ਤਰ੍ਹਾਂ ਕੰਪਨੀ ਦੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਰੈਗੂਲੇਟਿੰਗ ਐਕਟ 1773 ਦੇ ਤਹਿਤ ਪੂਰੀ ਤਰ੍ਹਾਂ ਦਬਾ ਦਿੱਤਾ ਗਿਆ। ਠੀਕ ਹੈ ਜੀ।
हाँ जी, ਰੈਗੂਲੇਟਿੰਗ ਐਕਟ ਤੋਂ ਬਾਅਦ 1781 ਦਾ ਇੱਕ ਇੰਡੀਆ ਐਕਟ ਆਇਆ ਗਿਆ। ਇਹ ਜਿਹੜਾ ਐਕਟ ਸੀਗਾ ਇਹ ਰੈਗੂਲੇਟਿੰਗ ਐਕਟ ਦਾ ਹੀ ਇੱਕ ਪੂਰਕ ਕਾਨੂੰਨ ਸੀ। ਭਾਵ 1773 ਐਕਟ ਦੇ ਵਿੱਚ ਜੋ ਗਲਤੀਆਂ ਰਹਿ ਗਈਆਂ ਸੀ ਉਹਨਾਂ ਨੂੰ ਦਰੁਸਤ ਕਰਨ ਦੇ ਲਈ 1781 ਦਾ ਇੰਡੀਆ ਐਕਟ ਜਿਹੜਾ ਲਿਆਂਦਾ ਗਿਆ ਸੀ। ਠੀਕ ਹੈ ਜੀ, ਧਿਆਨ ਰੱਖਣਾ ਇਹ। ਹਾਂਜੀ, ਇਸ ਸੋਧੇ ਹੋਏ ਐਕਟ ਨੂੰ ਯਾਨੀ ਕਿ 1781 ਦੇ ਐਕਟ ਨੂੰ ਐਕਟ ਆਫ ਸੈਟਲਮੈਂਟ ਦਾ ਨਾਮ ਵੀ ਦਿੱਤਾ ਗਿਆ। ਧਿਆਨ ਰੱਖਣਾ ਹੈ 1781 ਦਾ ਜਿਹੜਾ ਇੰਡੀਆ ਐਕਟ ਸੀ ਇਹਨੂੰ ਐਕਟ ਆਫ ਸੈਟਲਮੈਂਟ ਵੀ ਕਿਹਾ ਜਾਂਦਾ ਸੀ। ਤੇ ਇਸ ਐਕਟ ਦੇ ਤਹਿਤ ਸੁਪਰੀਮ ਕੋਰਟ ਦਾ ਜਿਹੜਾ ਕਲਕੱਤਾ ਜਾਂ ਬੰਗਾਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਸੀ ਉਹਦਾ ਅਧਿਕਾਰ ਖੇਤਰ ਵੀ ਪਰਿਭਾਸ਼ਿਤ ਕੀਤਾ ਗਿਆ। ਤੇ ਇਸ ਐਕਟ ਦੇ ਤਹਿਤ ਇਹ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਰਾਜ ਸਭਾ ਇਕੱਠਾ ਕਰਨ ਦੀ ਪ੍ਰਣਾਲੀ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਇਹ ਫੈਕਟ ਤੁਸੀਂ ਧਿਆਨ 'ਚ ਰੱਖਣੇ ਹੈ। ਨਵੇਂ ਕਾਨੂੰਨ ਬਣਾਉਣ ਤੇ ਲਾਗੂ ਕਰਦੇ ਸਮੇਂ ਭਾਰਤੀ ਸਮਾਜ ਧਾਰਮਿਕ ਰੀਤੀ ਰਿਵਾਜਾਂ ਦਾ ਵੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਤੇ ਕਾਨੂੰਨ ਜਿਹੜਾ ਬਣਾਉਂਦੀ ਸੀਗੀ ਉਹ ਗਵਰਨਰ ਜਨਰਲ ਤੇ ਉਸ ਦੀ 4 ਮੈਂਬਰੀ ਕੌਂਸਲ ਦੁਆਰਾ ਬਣਾਏ ਜਾਂਦੇ ਸਨ। ਠੀਕ ਹੈ ਜੀ, ਤੇ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਉਹ ਬੋਰਡ ਆਫ ਡਾਇਰੈਕਟਰ ਜਿਹੜੀ 24 ਮੈਂਬਰੀ ਸੀਗੀ ਉਹਦੇ ਦੁਆਰਾ ਕੀਤੀ ਜਾਂਦੀ ਸੀ। ਤੇ ਇਹਨਾਂ 24 ਮੈਂਬਰ ਜਿਹੜੀ ਗਵਰਨਿੰਗ ਬੋਡੀ ਸੀ ਇਹਨਾਂ ਦੀ ਚੋਣ ਕੰਪਨੀ ਦੇ 1000 ਜਿਨ੍ਹਾਂ ਕੋਲ ਪੌਂਡ ਸ਼ੇਅਰ ਧਾਰਕ ਸੀਗੇ ਉਹੀ ਇਸ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਸਨ। ਰੈਗੂਲੇਟਿੰਗ ਐਕਟ 1773 ਤੋਂ ਬਾਅਦ ਕੰਪਨੀ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਬਰਤਾਨਵੀ ਸਰਕਾਰ ਦੇ ਹੱਥ ਵਿੱਚ ਨਹੀਂ ਆ ਸਕਿਆ। ਅਸਲ ਦੇ ਵਿੱਚ ਇਹ ਐਕਟ 1773 ਲਿਆਉਣ ਦਾ ਮੁੱਖ ਮਕਸਦ ਹੀ ਇਹ ਸੀ ਕਿ ਜਿਹੜਾ ਕੰਪਨੀ ਹੈ ਉਹਨੂੰ ਉਹਦੇ ਜਿਹੜੇ ਵੀ ਕੰਮਕਾਰ ਸੀਗੇ ਉਹ ਸਿੱਧਾ ਬ੍ਰਿਟੇਨ ਸਰਕਾਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਸੀ। ਠੀਕ ਹੈ, ਪਰ ਇਸ ਵਿੱਚ ਨਹੀਂ ਆ ਸਕੇ। ਇਹੀ ਕਾਰਨ ਹੈ ਕਿ ਪਿਟਸ ਇੰਡੀਆ ਐਕਟ 1784 ਹੈ ਬਾਅਦ ਵਿੱਚ ਪਾਰਲੀਮੈਂਟ ਦੁਆਰਾ ਪਾਸ ਕੀਤਾ ਗਿਆ। ਠੀਕ ਹੈ ਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਰੈਗੂਲੇਟਿੰਗ ਐਕਟ ਵਾਜ਼ ਪਾਸਡ। ਰੈਗੂਲੇਟਿੰਗ ਐਕਟ ਕਦੋਂ ਪਾਸ ਕੀਤਾ ਗਿਆ? ਹਾਂਜੀ, 1773 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਠੀਕ ਹੈ ਜੀ, ਲਾਗੂ ਕੁਝ ਲੈਣ ਦਾ 1774 ਦੇ ਵਿੱਚ ਹੋਇਆ ਸੀ। ਵਿਚ ਐਕਟ ਮੇਡ ਦੀ ਗਵਰਨਰ ਆਫ ਬੰਗਾਲ ਐਜ਼ ਦੀ ਗਵਰਨਰ ਜਨਰਲ ਆਫ ਬੰਗਾਲ। ਠੀਕ ਹੈ ਜੀ, ਗੱਲ ਪੁੱਛ ਰਿਹਾ ਉਹ ਵੀ ਕਿਹੜਾ ਐਕਟ ਸੀ ਜਿਹਦੇ ਵਿੱਚ ਗਵਰਨਰ ਆਫ ਬੰਗਾਲ ਨੂੰ ਬੰਗਾਲ ਦਾ ਗਵਰਨਰ ਜਨਰਲ ਆ ਜਿਹੜਾ ਕਿਹਾ ਗਿਆ। ਇਹ ਵੀ ਰੈਗੂਲੇਟਿੰਗ ਐਕਟ 1733 ਹੈ। ਜੇ ਬੰਗਾਲ ਦੀ ਜਗ੍ਹਾ ਤੇ ਇੱਥੇ ਇੰਡੀਆ ਪਾਇਆ ਹੁੰਦਾ ਤਾਂ ਰਾਈਟ ਆਨਸਰ ਬਣਨਾ ਸੀ ਚਾਰਟਰ ਐਕਟ 1833। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। 1773 ਦਾ ਰੈਗੂਲੇਟਿੰਗ ਐਕਟ ਹੈ ਉਹਦਾ ਪਹਿਲਾ ਕਦਮ ਕੀ ਸੀ, ਫਸਟ ਸਟੈਪ ਕੀ ਸੀਗਾ? ਉਹ ਸੀਗਾ ਵੀ ਕਾਨੂੰਨ ਬਣਾਉਣ ਤੇ ਬ੍ਰਿਟਿਸ਼ ਸੰਸਦ ਦੇ ਅਧਿਕਾਰ ਦਾ ਪੂਰਾ ਦਬਦਬਾ ਕਾਇਮ ਕਰਨਾ। ਵੀ ਭਾਰਤ ਵਿੱਚ ਜਿੰਨੇ ਵੀ ਕੰਪਨੀ ਦੇ ਅੰਦਰ ਜਿਹੜੀ ਗਵਰਨਿੰਗ ਬੋਡੀ ਹੈ ਉਹਦੇ ਅੰਡਰ ਗਵਰਨਰ ਜਨਰਲ ਜਾਂ 4 ਮੈਂਬਰੀ ਕੌਂਸਲ ਦੁਆਰਾ ਜਿੰਨੇ ਵੀ ਕਾਨੂੰਨ ਬਣਾਏ ਜਾਂਦੇ ਆ ਤੇ ਉਹ ਕਾਨੂੰਨ ਤੇ ਬ੍ਰਿਟਿਸ਼ ਸੰਸਦ ਦਾ ਪੂਰਾ ਅਧਿਕਾਰ ਹੋਵੇ। ਠੀਕ ਹੈ, ਉਹਨਾਂ ਦੇ ਦਿਸ਼ਾ ਨਿਰਦੇਸ਼ ਅਧੀਨ ਹੀ ਕਾਨੂੰਨ ਬਣਨ। ਇਹ ਧਿਆਨ ਰੱਖਣਾ ਜੀ, ਇਹ ਪਹਿਲਾ ਸਟੈਪ ਸੀਗਾ। ਗਵਰਨਰ ਜਨਰਲ ਦਾ ਉਹਦਾ ਪਹਿਲੀ ਵਾਰ ਕਿਸ ਐਕਟ ਅਧੀਨ ਬਣਾਇਆ ਗਿਆ? ਗੱਲ ਹੋ ਰਹੀ ਹੈ ਗਵਰਨਰ ਜਨਰਲ ਦੀ। ਹਾਂਜੀ, ਇਹ ਜਿਹੜਾ ਗਵਰਨਰ ਜਨਰਲ ਪਹਿਲਾਂ ਬੰਗਾਲ ਦਾ ਉਹਦਾ ਬਣਿਆ ਸੀਗਾ ਇਹ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ। ਹਾਂਜੀ, ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਬ੍ਰਿਟਿਸ਼ ਗਵਰਨਰ ਜਨਰਲ ਦੱਸਣਾ ਹੈ। ਠੀਕ ਹੈ, ਇਹ ਸੀ ਲਾਰਡ ਵਾਰਨ ਹੇਸਟਿੰਗ। ਠੀਕ ਹੈ ਜੀ, ਜੇ ਭਾਰਤ ਦਾ ਪੁੱਛ ਲੈਣ ਭਾਰਤ ਦਾ ਫਸਟ ਗਵਰਨਰ ਜਨਰਲ ਕੌਣ ਸੀ ਤਾਂ ਇਹ ਸੀ ਲਾਰਡ ਵਿਲੀਅਮ ਬੈਂਟਿੰਗ। ਠੀਕ ਹੈ ਜੀ, ਇਹੀ ਸਵਾਲ ਬੰਗਾਲ ਦੀ ਜਗ੍ਹਾ ਤੇ ਭਾਰਤ ਹੁੰਦਾ ਤਾਂ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ ਉਹ ਲਾਰਡ ਵਿਲੀਅਮ ਬੈਂਟਿੰਗ। ਜੇ ਫਸਟ ਵਾਇਸਰਾਈ ਦੀ ਗੱਲ ਕਰ ਲੈਂਦੇ ਤਾਂ ਪਹਿਲਾ ਵਾਇਸਰਾਈ ਸੀਗਾ ਲਾਰਡ ਕੈਨਿੰਗ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਬੰਗਾਲ ਦਾ ਸ਼ਾਸਨ ਗਵਰਨਰ ਜਨਰਲ ਕੋਲ ਸੀ। ਠੀਕ ਹੈ, ਬਿਲਕੁਲ ਰਾਈਟ ਹੈ ਜੀ ਇਹ। ਤੇ ਕਿੰਨੇ ਮੈਂਬਰੀ ਕੌਂਸਲ? ਇਹਦੀ ਕੌਂਸਲ ਦੇ ਮੈਂਬਰ 4 ਮੈਂਬਰ ਸੀਗੇ। ਇਹਦੀ ਕੌਂਸਲ ਵਿੱਚ 4 ਮੈਂਬਰ ਸੀ। ਹਾਂਜੀ, ਮਦਰਾਸ ਅਤੇ ਬੰਬਈ ਪ੍ਰੈਜ਼ੀਡੈਂਸੀ ਕਿਸ ਦੇ ਅਧੀਨ ਰੱਖੀਆਂ ਗਈਆਂ? ਹਾਂਜੀ, ਜਿਹੜੇ ਬੰਬੇ ਤੇ ਮਦਰਾਸ ਦੇ ਜਿਹੜੇ ਪਹਿਲਾਂ ਗਵਰਨਰ ਸੀਗੇ 1773 ਰੈਗੂਲੇਟਿੰਗ ਐਕਟ ਤੋਂ ਪਹਿਲਾਂ ਉਹ ਬਿਲਕੁਲ ਆਤਮ ਨਿਰਭਰ ਫੈਸਲੇ ਲੈ ਸਕਦੇ ਸੀ। ਠੀਕ ਹੈ ਜੀ, ਪੂਰੀ ਤਰ੍ਹਾਂ ਉਹ ਆਜ਼ਾਦ ਸਨ। ਪਰ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਬੰਬੇ ਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹਨਾਂ ਨੂੰ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਕਰ ਦਿੱਤਾ ਗਿਆ। ਇਹਦਾ ਰਾਈਟ ਆਨਸਰ ਬਣੇਗਾ ਜੀ ਬੰਗਾਲ। ਠੀਕ ਹੈ ਜੀ, ਇਸ ਐਕਟ 1773 ਦੁਆਰਾ ਬੰਗਾਲ ਕਲਕੱਤਾ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਬਿਲਕੁਲ ਸਹੀ ਹੈ ਜੀ। ਇਸ ਵਿੱਚ ਇੱਕ ਚੀਫ ਜਸਟਿਸ ਸੀ, 3 ਹੋਰ ਜੱਜ ਸ਼ਾਮਲ ਸਨ। ਇਹ ਵੀ ਬਿਲਕੁਲ ਠੀਕ ਹੈ। ਚੀਫ ਜਸਟਿਸ ਦਾ ਨਾਮ ਦੱਸਣਾ ਕੀ ਸੀਗਾ? ਸਰ ਅਲੀਜ਼ਾ ਇੰਪੇ ਦਾ ਨਾਮ ਸੀਗਾ ਜੀ। ਠੀਕ ਹੈ, ਧਿਆਨ ਰੱਖਣਾ। ਹਾਂਜੀ, ਕਿਸ ਐਕਟ ਦੇ ਦੁਆਰਾ ਕਲਕੱਤਾ ਸਰਕਾਰ ਨੂੰ ਬੰਗਾਲ ਬਿਹਾਰ ਉੜੀਸਾ ਲਈ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਮਿਲਿਆ ਸੀ? ਹਾਂਜੀ, ਬੰਗਾਲ ਬਿਹਾਰ ਉੜੀਸਾ ਦਾ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਉਹ ਰੈਗੂਲੇਟਿੰਗ ਐਕਟ 1773 ਤਹਿਤ ਹੀ ਮਿਲਿਆ ਸੀ। ਹਾਂਜੀ, ਵਿਚ ਅਮੰਗ ਦੀ ਫੋਲੋਇੰਗ ਵਾਸ ਦੀ ਫਸਟ ਅਟੈਂਪਟ ਟੂ ਰੈਗੂਲੇਟ ਦੀ ਅਫੇਅਰਸ ਆਫ ਦੀ ਇੰਗਲਿਸ਼ ਈਸਟ ਇੰਡੀਆ ਕੰਪਨੀ ਇਨ ਇੰਡੀਆ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੂੰ ਦੇ ਕੰਮਾਂ ਨੂੰ ਰੈਗੂਲੇਟ ਕਰਨ ਦੇ ਲਈ ਪਹਿਲੀ ਜਿਹੜੀ ਕੋਸ਼ਿਸ਼ ਹੈ ਉਹ ਕਿਹੜੀ ਸੀਗੀ? ਹਾਂਜੀ, ਉਹ ਰੈਗੂਲੇਟਿੰਗ ਐਕਟ 1773 ਸੀਗਾ। ਠੀਕ ਹੈ ਜੀ, ਇਹਦੇ ਵਿੱਚ ਕੰਪਨੀ ਦੇ ਕੰਮਾਂ ਨੂੰ ਨਿਯੰਤਰਣ ਕਰਨ ਦੀ ਜਿਹੜੀ ਉਹ ਪਹਿਲੀ ਕੋਸ਼ਿਸ਼ ਕੀਤੀ ਗਈ ਸੀ। ਵਿਚ ਆਫ ਦੀ ਫੋਲੋਇੰਗ ਐਕਟ ਇੰਸ਼ੋਰਡ ਦੀ ਐਸਟੈਬਲਿਸ਼ਮੈਂਟ ਆਫ ਦੀ ਸੁਪਰੀਮ ਕੋਰਟ ਇਨ ਇੰਡੀਆ। ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਸਥਾਪਨਾ ਹੈ ਉਹ ਕਿਸ ਐਕਟ ਦੇ ਤਹਿਤ ਕੀਤੀ ਗਈ ਸੀ? ਹਾਂਜੀ, ਉਹ 1773 ਐਕਟ ਦੇ ਤਹਿਤ ਕੀਤੀ ਗਈ ਸੀ। ਠੀਕ ਹੈ ਜੀ, ਇਹ ਸੁਪਰੀਮ ਕੋਰਟ ਦੀ ਸਥਾਪਨਾ ਜਿਹੜੀ ਉਹ ਬੰਗਾਲ ਦੇ ਵਿੱਚ ਕੀਤੀ ਗਈ ਸੀ। ਹੇਠ ਲਿਖੇ ਸੰਸਦੀ ਕਾਨੂੰਨਾਂ ਵਿੱਚੋਂ ਕਿਸ ਨੇ ਬੰਗਾਲ ਦੇ ਗਵਰਨਰ ਜਨਰਲ ਨੂੰ ਮਦਰਾਸ ਅਤੇ ਬੰਬਈ ਉੱਤੇ ਨਿਗਰਾਨੀ ਕਰਨ ਦਾ ਅਧਿਕਾਰ ਦਿੱਤਾ? ਹਾਂਜੀ, ਬੰਬਈ ਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਆ ਗਏ ਸੀਗੇ। ਉਸਦੀ ਉਹ ਰੈਗੂਲੇਟਿੰਗ ਐਕਟ 1773। ਰੈਗੂਲੇਟਿੰਗ ਐਕਟ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕੌਣ ਬੰਗਾਲ ਦੇ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਨਹੀਂ ਸੀ? ਹਾਂਜੀ, ਜਿਹੜੀ ਪਹਿਲੀ ਗਵਰਨਰ ਜਨਰਲ ਦੀ ਕੌਂਸਲ ਬਣੀ ਸੀਗੀ ਉਹਦੇ ਵਿੱਚ ਫਿਲਿਪ ਫ੍ਰਾਂਸਿਸ ਵੀ ਸੀ, ਮਾਨਸਨ ਵੀ ਸੀ, ਜੌਨ ਕਲੇਵਰਿੰਗ ਵੀ ਸੀ। ਇਹ ਹੈਦਰ ਨਹੀਂ ਸੀ। ਦਾ ਰਾਈਟ ਆਨਸਰ ਬਣੇਗਾ ਹੈਦਰ। ਬਰਤਾਨਵੀ ਸੰਸਦ ਦੁਆਰਾ ਭਾਰਤੀ ਮਾਮਲਿਆਂ ਦੇ ਵਿੱਚ ਸਭ ਤੋਂ ਪਹਿਲਾ ਕਾਨੂੰਨ ਦਖਲ ਕਿਸ ਐਕਟ ਦੁਆਰਾ ਬਣਾਇਆ ਗਿਆ? ਠੀਕ ਹੈ ਜੀ, ਭਾਰਤੀ ਮਾਮਲਿਆਂ ਦੇ ਵਿੱਚ ਕਾਨੂੰਨ ਬਣਾਉਣ ਦੇ ਲਈ ਬਰਤਾਨਵੀ ਸੰਸਦ ਦੁਆਰਾ ਪਹਿਲੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹ ਸੀ ਰੈਗੂਲੇਟਿੰਗ ਐਕਟ 1773। ਰੈਗੂਲੇਟਿੰਗ ਐਕਟ ਦੁਆਰਾ ਪਹਿਲੀ ਸੁਪਰੀਮ ਕੋਰਟ ਕਿੱਥੇ ਸਥਾਪਿਤ ਕੀਤੀ ਗਈ ਸੀ? ਹਾਂਜੀ, ਇਹ ਸਥਾਪਿਤ ਕੀਤੀ ਗਈ ਸੀ 1773 ਦੇ ਵਿੱਚ। ਠੀਕ ਹੈ ਜੀ, 74 ਦੇ ਵਿੱਚ 1774 ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਰੈਗੂਲੇਟਿੰਗ ਐਕਟ 1773 ਦੇ ਤਹਿਤ ਇਹ ਕੀਤੀ ਗਈ ਸੀ ਕਲਕੱਤਾ ਦੇ ਵਿੱਚ। ਠੀਕ ਹੈ, ਧਿਆਨ ਰੱਖਣਾ ਹੈ। ਬੰਗਾਲ ਵੀ ਹੈਗਾ, ਬੰਗਾਲ ਦੇ ਵਿੱਚ ਕਲਕੱਤਾ ਆਏਗਾ ਤੇ ਕਲਕੱਤਾ 'ਚ ਇਹਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਜੀ।
ਵਿਦ ਰੈਫਰੈਂਸ ਟੂ ਰੈਗੂਲੇਟਿੰਗ ਐਕਟ 1773 ਕੰਸੀਡਰ ਦੀ ਫੋਲੋਇੰਗ ਸਟੇਟਮੈਂਟ। ਹਾਂਜੀ 1773 ਦੇ ਰੈਗੂਲੇਟਿੰਗ ਐਕਟ ਦੇ ਸੰਦਰਭ ਦੇ ਵਿੱਚ ਇਹ ਲਿਖੀਆਂ ਸਟੇਟਮੈਂਟ ਨੂੰ ਵਿਚਾਰ ਕਰਨਾ ਹੈ ਤੇ ਇਹਨਾਂ ਵਿੱਚ ਜਿਹੜੀਆਂ ਟਰੂ ਸਟੇਟਮੈਂਟਸ ਹੈ ਉਹ ਦੱਸਣੀਆਂ। ਆ ਨਿਊ ਸੁਪਰੀਮ ਕੋਰਟ ਵਾਜ਼ ਐਸਟੈਬਲਿਸ਼ ਅੰਡਰ ਇਟ ਐਟ ਫੋਰਟ ਵਿਲੀਅਮ ਆਫ ਕਲਕੱਤਾ ਦੇ ਫੋਰਟ ਵਿਲੀਅਮ ਦੇ ਵਿੱਚ ਪਹਿਲੀ ਸੁਪਰੀਮ ਕੋਰਟ ਹੈ ਜਿਹੜੀ ਉਹਦੀ ਨਿਊ ਸੁਪਰੀਮ ਕੋਰਟ ਦੀ ਸਟੈਬਲਿਸ਼ਮੈਂਟ ਕੀਤੀ ਗਈ, ਸਥਾਪਨਾ ਕੀਤੀ ਗਈ। ਬਿਲਕੁਲ ਸਹੀ ਹੈ ਜੀ, 1773 ਦੇ ਐਕਟ ਤਹਿਤ ਹੀ ਕੀਤੀ ਗਈ ਸੀ। ਕੋਰਟ ਆਫ ਡਾਇਰੈਕਟਰ ਵਾਜ਼ ਮੇਡ ਟੂ ਰਿਪੋਰਟ, ਜਿਹੜਾ ਕੋਰਟ ਆਫ ਡਾਇਰੈਕਟਰ ਹੈ ਉਹਨਾਂ ਨੇ ਰਿਪੋਰਟ ਕਰਨੀ ਸੀ ਸਿਵਲ ਮਾਮਲਿਆਂ ਦੇ ਸੰਬੰਧ ਵਿੱਚ, ਮਿਲਟਰੀ ਤੇ ਰੈਵਨਿਊ ਦੇ ਮਾਮਲਿਆਂ ਦੇ ਸੰਬੰਧ ਵਿੱਚ। ਹਾਂਜੀ ਬਿਲਕੁਲ ਸਹੀ ਹੈ, ਇਹ ਰਿਪੋਰਟ ਕਰਨੀ ਸੀ ਬ੍ਰਿਟੇਨ ਦੇ ਰਾਜਾ ਨੂੰ। ਬਿਲਕੁਲ ਰਾਈਟ ਹੈ ਜੀ ਇਹ। ਦੀ ਐਕਟ ਐਲੀਵੇਟਡ ਗਵਰਨਰ ਆਫ ਬੰਗਾਲ ਟੂ ਗਵਰਨਰ ਜਨਰਲ ਆਫ ਇੰਡੀਆ। ਠੀਕ ਹੈ ਜੀ, ਉਹ ਕਹਿੰਦੇ ਇਸ ਐਕਟ ਦੇ ਵਿੱਚ ਗਵਰਨਰ ਆਫ ਬੰਗਾਲ ਨੂੰ, ਠੀਕ ਹੈ ਜੀ, ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ। ਕੀ ਗਵਰਨਰ ਜਨਰਲ ਆਫ ਇੰਡੀਆ ਬਣਿਆ ਸੀ? ਇਹ ਗਲਤ ਹੋ ਗਿਆ ਜੀ। ਠੀਕ ਹੈ ਜੀ, ਇਹ ਨਹੀਂ ਬਣਿਆ ਸੀਗਾ, ਇਹ ਗਵਰਨਰ ਜਨਰਲ ਆਫ ਬੰਗਾਲ ਬਣਿਆ ਸੀ, ਨਾ ਕਿ ਇੰਡੀਆ ਬਣਿਆ ਸੀ। ਇਟ ਪ੍ਰੋਹਿਬਿਟਡ ਦੀ ਸਰਵੈਂਟ ਆਫ ਕੰਪਨੀ ਫਰੋਮ ਇੰਗੇਜਿੰਗ ਇਨ ਐਨੀ ਪ੍ਰਾਈਵੇਟ ਟ੍ਰੇਡ ਔਰ ਐਕਸੈਪਟਿੰਗ ਪ੍ਰੈਜ਼ੈਂਟ ਫਰੋਮ ਦੀ ਨੇਟਿਵਸ। ਹਾਂਜੀ 1773 ਦੇ ਐਕਟ ਦੇ ਤਹਿਤ ਜਿਹੜੇ ਕੰਪਨੀ ਦੇ ਕਰਮਚਾਰੀ ਹੈ ਉਹਨਾਂ ਨੂੰ ਮਨਾਹੀ ਕੀਤੀ ਗਈ ਕੋਈ ਵੀ ਪ੍ਰਾਈਵੇਟ ਜਾਂ ਨਿੱਜੀ ਵਪਾਰ ਕਰਨ ਤੇ। ਬਿਲਕੁਲ ਸਹੀ ਹੈ। ਤੇ ਜਿਹੜੇ ਨੇਟਿਵ ਹੈ ਭਾਰਤੀ ਲੋਕ ਹੈ ਉਹਨਾਂ ਤੋਂ ਤੋਹਫੇ ਪ੍ਰਾਪਤ ਕਰਨ ਤੇ ਵੀ ਮਨਾਹੀ ਕੀਤੀ ਗਈ, ਇਹ ਵੀ ਬਿਲਕੁਲ ਰਾਈਟ ਹੈ। ਹਾਂਜੀ ਇਹਦੀਆਂ ਆਪਸ਼ਨਾਂ ਸੀਗੀਆਂ, ਇਹਦੀਆਂ ਆਪਸ਼ਨਾਂ ਜਿਹੜੀਆਂ ਰਾਈਟ ਬਣਨਗੀਆਂ ਉਹ ਬਣਨਗੀਆਂ 1, 2 ਐਂਡ 4 ਆਰ ਰਾਈਟ। ਠੀਕ ਹੈ, ਧਿਆਨ 'ਚ ਰੱਖਣਾ ਜੀ ਇਹ। The Act of 1773 is said to be of great constitutional importance in India। 1773 ਐਕਟ ਨੂੰ ਭਾਰਤੀ ਸੰਵਿਧਾਨ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ। ਵਿਚ ਆਫ ਦੀ ਫੋਲੋਇੰਗ ਕੈਨ ਬੀ ਦੀ ਰੀਜ਼ਨ ਫॉर ਇਟ, ਇਸ ਦਾ ਦੱਸਣਾ ਹੈ ਲਿਖਣ ਵਿੱਚ ਕੀ ਕਾਰਨ ਹੋ ਸਕਦਾ ਹੈ। ਇਟ ਕ੍ਰੀਏਟਡ ਆ ਫੈਡਰਲ ਆਰਕੀਟੈਕਚਰ ਟੂ ਗਵਰਨ ਇੰਡੀਆ, ਡੀਸੈਂਟਰਲਾਈਜੇਸ਼ਨ ਦੀ ਐਡਮਿਨਿਸਟ੍ਰੇਟਿਵ ਸਿਸਟਮ। ਹਾਂਜੀ ਜਿਹੜਾ ਪ੍ਰਸ਼ਾਸਨ ਢਾਂਚਾ ਹੈ ਭਾਰਤ ਦਾ, ਉਹਦੀਆਂ ਸ਼ਕਤੀਆਂ ਨੂੰ ਵਿਕੇਂਦਰੀਕਰਨ ਕਰਨ ਦੇ ਲਈ ਇੱਥੇ ਫੈਡਰਲ ਆਰਕੀਟੈਕਚਰ ਹੈ ਇਸ ਨੇ 1773 ਦੇ ਐਕਟ ਵਿੱਚ ਬਣਾਇਆ ਗਿਆ। ਜਿਹੜਾ ਫੈਡਰਲ ਸਟਰਕਚਰ ਹੁੰਦਾ ਹੈ ਇਹਨੂੰ ਕਹਿੰਦੇ ਨੇ ਆ ਡਿਵੀਜ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ। ਤੇ ਸੈਂਟਰ ਤੇ ਸਟੇਟ ਦੇ ਵਿੱਚ ਜਿਹੜਾ ਉਹ ਸ਼ਕਤੀਆਂ ਦੀ ਵੰਡ ਹੋਈ ਸੀ ਇਸ ਐਕਟ ਦੇ ਤਹਿਤ। ਬਿਲਕੁਲ ਗਲਤ ਹੈ ਜੀ, ਅਜਿਹਾ ਕੁਝ ਨਹੀਂ ਹੋਇਆ ਸੀ। ਇਟ ਟ੍ਰਾਂਸਫਰਡ ਕੰਟਰੋਲ ਆਫ ਇੰਡੀਆ ਫਰੋਮ ਕਮਰਸ਼ੀਅਲ ਕੰਪਨੀਜ਼ ਟੂ ਦੀ ਬ੍ਰਿਟਿਸ਼ ਗਵਰਨਮੈਂਟ ਰਿਪਰੈਜ਼ੈਂਟੇਟਿਵ ਇਨ ਇੰਡੀਆ। ਹਾਂਜੀ ਇਸ ਐਕਟ ਦੇ ਤਹਿਤ ਜਿਹੜੀ ਕਮਰਸ਼ੀਅਲ ਕੰਪਨੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਸ ਤੋਂ ਭਾਰਤ ਦਾ ਕੰਟਰੋਲ ਸ਼ਿਫਟ ਹੋ ਗਿਆ ਸੀ, ਟ੍ਰਾਂਸਫਰ ਹੋ ਗਿਆ ਸੀ ਬ੍ਰਿਟਿਸ਼ ਗਵਰਨਮੈਂਟ ਵੱਲ। ਇਹ ਵੀ ਬਿਲਕੁਲ ਗਲਤ ਹੈ ਜੀ। ਹਾਂਜੀ ਐਕਟ ਲਿਆਂਦਾ ਤਾਂ ਇਸੇ ਤਰ੍ਹਾਂ ਹੀ ਗਿਆ ਸੀ 1773 ਦਾ ਵੀ ਜਿਹੜੀਆਂ ਈਸਟ ਇੰਡੀਆ ਕੰਪਨੀਆਂ ਉਸ ਤੋਂ ਸਾਰਾ ਅਧਿਕਾਰ ਖੋਹ ਲੈਣਾ ਤੇ ਬ੍ਰਿਟਿਸ਼ ਪਾਰਲੀਮੈਂਟ ਜਾਂ ਬ੍ਰਿਟਿਸ਼ ਗਵਰਨਮੈਂਟ ਦੇ ਅਧੀਨ ਕਰ ਲੈਣਾ, ਪਰ ਅਜਿਹਾ ਹੋ ਨਹੀਂ ਪਾਇਆ। ਠੀਕ ਹੈ ਜੀ, ਇਹਦਾ ਮਤਲਬ ਇੱਥੇ ਦੋਨੋਂ ਗਲਤ ਹੋ ਜਾਣਗੇ, ਨਾਨੇ ਦਾ ਉੱਤਰ ਬਣੇਗਾ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਇਜ਼ ਆਰ ਕਰੈਕਟ ਅਬਾਊਟ ਦੀ ਰੈਗੂਲੇਟਿੰਗ ਐਕਟ 1773। 1773 ਦਾ ਜਿਹੜਾ ਰੈਗੂਲੇਟਿੰਗ ਐਕਟ ਹੈ ਉਹਦੇ ਸੰਬੰਧ ਦੇ ਵਿੱਚ ਜਿਹੜੀਆਂ ਸਟੇਟਮੈਂਟਸ ਹੈ ਉਹਨਾਂ ਵਿੱਚੋਂ ਦੱਸਣਾ ਕਿਹੜੀਆਂ ਕਰੈਕਟ ਹੈ। ਹਾਂਜੀ ਇਟ ਵਾਸ ਦੀ ਫਸਟ ਸਟੈਪ, ਇਹ ਪਹਿਲਾ ਕਦਮ ਸੀ 1773 ਦਾ ਰੈਗੂਲੇਟਿੰਗ ਐਕਟ ਟੇਕਨ ਬਾਈ ਦੀ ਬ੍ਰਿਟਿਸ਼ ਗਵਰਨਮੈਂਟ, ਅੰਗਰੇਜ਼ੀ ਸਰਕਾਰ ਦੁਆਰਾ ਚੁੱਕਿਆ ਗਿਆ ਸੀ ਟੂ ਕੰਟਰੋਲ ਐਂਡ ਰੈਗੂਲੇਟਿੰਗ ਦੀ ਅਫੇਅਰ ਆਫ ਦੀ ਈਸਟ ਇੰਡੀਆ ਕੰਪਨੀ ਇਨ ਇੰਡੀਆ, ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਮਾਮਲੇ ਜਾਂ ਕੰਮਾਂ ਨੂੰ ਕੰਟਰੋਲ ਕਰਨ ਦੇ ਲਈ। ਹਾਂਜੀ ਬਿਲਕੁਲ ਸਹੀ ਹੈ ਜੀ। ਇਟ ਰੈਕੋਗਨਾਈਜ਼ਡ ਫਾਰ ਦੀ ਫਸਟ ਟਾਈਮ ਦੀ ਪੋਲੀਟੀਕਲ ਐਂਡ ਐਡਮਿਨਿਸਟ੍ਰੇਟਿਵ ਫੰਕਸ਼ਨ ਆਫ ਦੀ ਕੰਪਨੀ। ਹਾਂਜੀ ਇਸ ਐਕਟ ਦੇ ਤਹਿਤ ਕੰਪਨੀ ਦੇ ਜਿਹੜੇ ਰਾਜਨੀਤਿਕ ਤੇ ਵਪਾਰਿਕ ਜਿਹੜੇ ਕੰਮ ਸੀ ਉਹਨਾਂ ਨੂੰ ਮਾਨਤਾ ਦਿੱਤੀ ਗਈ। ਬਿਲਕੁਲ ਸਹੀ ਹੈ ਜੀ। ਇਟ ਲੇਡ ਦੀ ਫਾਊਂਡੇਸ਼ਨ ਆਫ ਦੀ ਸੈਂਟਰਲ ਐਡਮਿਨਿਸਟ੍ਰੇਸ਼ਨ ਇਨ ਇੰਡੀਆ। 1773 ਦੇ ਐਕਟ ਨੇ ਭਾਰਤ ਦੇ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਵੀ ਨੀਂਹ ਰੱਖੀ, ਇਹ ਵੀ ਬਿਲਕੁਲ ਰਾਈਟ ਹੈ ਜੀ। ਇਹ ਆਪਾਂ ਪੜ੍ਹ ਕੇ ਗਏ ਪਹਿਲਾਂ, ਇਹਦਾ ਰਾਈਟ ਆਂਸਰ ਬਣੇਗਾ ਆਲ ਆਫ ਦੀ ਅਬਵ। ਹਾਂਜੀ ਵਿਚ ਆਫ ਦੀ ਫੋਲੋਇੰਗ ਵਾਜ਼ ਔਰ ਵਰ ਫੀਚਰਸ ਆਫ ਰੈਗੂਲੇਟਿੰਗ ਐਕਟ ਆਫ 1773। 1773 ਦਾ ਰੈਗੂਲੇਟਿੰਗ ਐਕਟ ਹੈ ਉਹਦੀਆਂ ਹੇਠ ਵਿੱਚੋਂ ਦੱਸਣਾ ਕਿਹੜੀਆਂ ਵਿਸ਼ੇਸ਼ਤਾਵਾਂ ਸਨ। ਇਟ ਡੈਜ਼ਿਗਨੇਟਡ ਦੀ ਗਵਰਨਰ ਆਫ ਬੰਗਾਲ ਐਜ਼ ਦੀ ਗਵਰਨਰ ਜਨਰਲ ਆਫ ਇੰਡੀਆ। ਹਾਂਜੀ ਇਸ ਨੇ ਬੰਗਾਲ ਦੇ ਗਵਰਨਰ ਦਾ ਜਿਹੜਾ ਉਹਦੇ ਨੂੰ ਗਵਰਨਰ ਜਨਰਲ ਆਫ ਇੰਡੀਆ ਦਾ ਅਹੁਦਾ ਦੇ ਦਿੱਤਾ। ਬਿਲਕੁਲ ਗਲਤ ਹੈ ਜੀ, ਇੰਡੀਆ ਨਹੀਂ ਸੀਗਾ ਤੇ ਬੰਗਾਲ ਆਉਣਾ ਸੀਗਾ। ਠੀਕ ਹੈ ਜੀ, ਇੱਥੇ ਕੀ ਹੋਣਾ ਸੀ? ਬੰਗਾਲ। ਇਟ ਕ੍ਰੀਏਟਡ ਦੀ ਐਗਜ਼ੀਕਿਊਟਿਵ ਕੌਂਸਲ। ਹਾਂਜੀ 1773 ਐਕਟ ਦੇ ਵਿੱਚ ਇੱਕ ਐਗਜ਼ੀਕਿਊਟਿਵ ਕੌਂਸਲ ਬਣਾਈ ਗਈ ਸੀ 4 ਮੈਂਬਰਾਂ ਦੀ ਟੂ ਅਸਿਸਟ ਹਿਮ। ਠੀਕ ਹੈ ਜੀ, ਗਵਰਨਰ ਜਨਰਲ ਆਫ ਬੰਗਾਲ ਦੀ ਸਹਾਇਤਾ ਦੇ ਲਈ। ਬਿਲਕੁਲ ਸਹੀ ਹੈ ਜੀ ਇਹ। ਇਟ ਪ੍ਰੋਵਾਈਡਡ ਫਾਰ ਦੀ ਐਸਟੈਬਲਿਸ਼ਮੈਂਟ ਆਫ ਅ ਸੁਪਰੀਮ ਕੋਰਟ ਐਟ ਕਲਕੱਤਾ। ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ, ਇਹ ਵੀ ਬਿਲਕੁਲ ਰਾਈਟ ਹੈ ਜੀ। ਇਹਦਾ ਰਾਈਟ ਆਂਸਰ ਬਣ ਜਾਏਗਾ 2 ਐਂਡ 3 ਆਰ ਰਾਈਟ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ ਦੀ ਰੈਗੂਲੇਟਿੰਗ ਐਕਟ ਆਫ 1773। 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਦੱਸਣਾ ਵੀ ਕਿਹੜੀਆਂ ਸਟੇਟਮੈਂਟ ਜਿਹੜੀਆਂ ਕਰੈਕਟ ਹਨ। ਦੀ ਐਕਟ ਕ੍ਰੀਏਟਡ ਅ ਸੁਪਰੀਮ ਕੋਰਟ ਐਟ ਕਲਕੱਤਾ। ਕਲਕੱਤਾ ਦੇ ਸੁਪਰੀਮ ਕੋਰਟ ਦੀ ਸਥਾਪਨਾ ਹੋਈ। ਬਿਲਕੁਲ ਸਹੀ ਹੈ ਜੀ, 1774 ਵਿੱਚ ਹੋਈ ਸੀ। ਇਟ ਟ੍ਰਾਂਸਫਰਡ ਦੀ ਪਾਵਰ ਫਰੋਮ ਬ੍ਰਿਟਿਸ਼ ਕਰਾਊਨ ਟੂ ਦੀ ਈਸਟ ਇੰਡੀਆ ਕੰਪਨੀ। ਇਸ ਦੇ ਤਹਿਤ ਜਿਹੜੀਆਂ ਬ੍ਰਿਟਿਸ਼ ਕਰਾਊਨ ਦੀਆਂ ਜਿਹੜੀਆਂ ਪਾਵਰਾਂ ਹੈ ਉਹ ਟ੍ਰਾਂਸਫਰ ਹੋ ਗਈਆਂ ਸੀ ਈਸਟ ਇੰਡੀਆ ਕੰਪਨੀ ਨੂੰ। ਠੀਕ ਹੈ ਜੀ, ਇਹ ਵੀ ਕੁਝ ਹੱਦ ਤੱਕ ਠੀਕ ਹੈ ਜੀ, ਕਿਉਂਕਿ ਸਾਰੀਆਂ ਪਾਵਰਾਂ ਤਾਂ ਨਹੀਂ, ਕੁਝ ਪਾਵਰਾਂ ਜਿਹੜੀਆਂ ਟ੍ਰਾਂਸਫਰ ਹੋ ਗਈਆਂ ਸੀਗੀਆਂ। ਦੀਵਾਨੀ ਅਦਾਲਤ ਐਂਡ ਫੌਜਦਾਰੀ ਅਦਾਲਤ ਦੁਆਰਾ ਐਸਟੈਬਲਿਸ਼ ਬਾਈ ਦਿਸ ਐਕਟ। ਹਾਂਜੀ ਇਹਦੇ ਵਿੱਚ ਦੀਵਾਨੀ ਅਦਾਲਤ ਤੇ ਫੌਜਦਾਰੀ ਅਦਾਲਤਾਂ ਵੀ ਐਕਟ ਦੇ ਤਹਿਤ ਬਣੀਆਂ ਸੀ ਤੇ ਸੁਪਰੀਮ ਕੋਰਟ ਦੀ ਐਸਟੈਬਲਿਸ਼ਮੈਂਟ ਵੀ ਹੋਈ ਸੀ। ਠੀਕ ਹੈ ਜੀ, ਫਿਰ ਇੱਥੇ ਉਹਨਾਂ ਨੇ ਪੁੱਛਿਆ ਸੀ ਨਾਟ ਕਰੈਕਟ, ਇਹਨਾਂ ਵਿੱਚੋਂ ਕਿਹੜਾ ਠੀਕ ਨਹੀਂ, ਪਰ ਇਹ ਤਾਂ ਸਾਰੇ ਦੇ ਸਾਰੇ ਠੀਕ ਹੋ ਗਏ। ਇਹਦਾ ਰਾਈਟ ਆਂਸਰ ਬਣੇਗਾ ਨਨ ਆਫ ਦੀ ਅਬਵ। ਵਿਚ ਕੰਪਨੀ ਐਕਟ ਵਾਜ਼ ਨੋਨ ਐਜ਼ ਅ ਸੈਟਲਮੈਂਟ ਐਕਟ। ਦੱਸਣਾ ਹੈ ਵਿੱਚ ਕੰਪਨੀ ਐਕਟ ਹੈ ਜਿਹੜਾ ਕਿਹੜਾ ਕੰਪਨੀ ਦਾ ਐਕਟ ਹੈ ਜਿਹਨੂੰ ਸੈਟਲਮੈਂਟ ਐਕਟ ਵੀ ਕਿਹਾ ਜਾਂਦਾ ਸੀ। ਹਾਂਜੀ ਇਹ ਸੀਗਾ ਜੀ ਆਪਣੇ ਕੋਲ 1781 ਦਾ ਅਮੈਂਡਿੰਗ ਐਕਟ ਆਫ 1781। ਇਹ ਅਮੈਂਡਮੈਂਟ ਲਿਆਉਣ ਲਈ ਕੀਤਾ ਗਿਆ ਸੀਗਾ 1773 ਦੇ ਰੈਗੂਲੇਟਿੰਗ ਐਕਟ ਦੇ ਵਿੱਚ। ਹਾਂਜੀ ਹੁਣ ਪੜਾਂਗੇ ਆਪਾਂ ਪਿਟਸ ਇੰਡੀਆ ਐਕਟ 1784। ਹਾਂਜੀ ਪਿਟਸ ਇੰਡੀਆ ਐਕਟ 1784 ਹੈ ਉਹ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਹੈ ਉਹਦੀਆਂ ਗਲਤੀਆਂ ਨੂੰ ਖਤਮ ਕਰਨ ਦੇ ਲਈ ਐਕਟ ਲਿਆਂਦਾ ਗਿਆ ਸੀ। 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਕਰਕੇ ਜਿਹੜੀ ਬ੍ਰਿਟਿਸ਼ ਸਰਕਾਰ ਹੈ ਉਹ ਈਸਟ ਇੰਡੀਆ ਕੰਪਨੀ ਦੀ ਜਿਹੜੀ ਸ਼ਾਸਨ ਪ੍ਰਣਾਲੀ ਉਹਦੇ ਵਿੱਚ ਸੁਧਾਰ ਕਰਨਾ ਚਾਹੁੰਦੀ ਸੀ, ਭ੍ਰਿਸ਼ਟਾਚਾਰ ਨੂੰ ਘਟਾਉਣਾ ਚਾਹੁੰਦੀ ਸੀ। ਇਸ ਉਮੀਦ ਦੇ ਨਾਲ ਪਰ ਸੰਤੋਸ਼ਜਨਕ ਜਿਹੜੇ ਸੁਧਾਰ ਆ ਉਹ ਪ੍ਰਾਪਤ ਨਹੀਂ ਹੋਏ ਰੈਗੂਲੇਟਿੰਗ ਐਕਟ 1773 ਦੇ ਤਹਿਤ। ਹੁਣ ਵੀ ਕੰਪਨੀ ਦਾ ਜਿਹੜਾ ਪ੍ਰਬੰਧ ਹੈ ਅੰਗਰੇਜ਼ ਸਰਕਾਰ ਦੇ ਹੱਥ ਵਿੱਚ ਨਾ ਆ ਸਕਿਆ। ਠੀਕ ਹੈ ਜੀ, ਇਸ ਕਾਰਨ ਬਰਤਾਨੀਆ ਦੀ ਜਿਹੜੀ ਸੰਸਦ ਹੈ, ਬ੍ਰਿਟੇਨ ਦੀ ਜਿਹੜੀ ਪਾਰਲੀਮੈਂਟ ਹੈ, ਉਹਨੇ ਪਿਟਸ ਇੰਡੀਆ ਐਕਟ 1784 ਪਾਸ ਕੀਤਾ। ਠੀਕ ਹੈ ਜੀ, ਤੇ ਇਸ ਦਾ ਨਾਂ ਪਿਟਸ ਇੰਡੀਆ ਐਕਟ ਤਾਂ ਰੱਖਿਆ ਗਿਆ ਕਿਉਂਕਿ ਉਸ ਸਮੇਂ ਦਾ ਪ੍ਰਧਾਨ ਮੰਤਰੀ ਜਿਹੜਾ ਵਿਲੀਅਮ ਪਿਟ ਸੀਗਾ ਤੇ ਉਹਦੇ ਨਾਂ ਤੇ ਹੀ ਇਸ ਐਕਟ ਦਾ ਨਾਂ ਪਿਟਸ ਇੰਡੀਆ ਐਕਟ 1784 ਹੈ ਉਹ ਰੱਖਿਆ ਗਿਆ। ਠੀਕ ਹੈ ਜੀ, ਧਿਆਨ ਰੱਖਣਾ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਸੀ 1773 ਦੇ ਐਕਟ ਦੇ ਵਿੱਚ ਉਹਨੂੰ ਦੂਰ ਕਰਨ ਦੇ ਲਈ
ਇਹ ਐਕਟ ਜਿਹੜਾ ਪਿਟਸ ਇੰਡੀਆ ਐਕਟ 1784 ਲਿਆਂਦਾ ਗਿਆ ਸੀ। ਪਿਟਸ ਇੰਡੀਆ ਐਕਟ 1784 ਦੀਆਂ ਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਜਾਂ ਮੁੱਖ ਨੁਕਤੇ ਹੈ ਉਹ ਕਿਹੜੇ ਹਨ। ਸਭ ਤੋਂ ਪਹਿਲਾਂ ਹੈ ਜੀ, ਇਸ ਐਕਟ ਦੇ ਤਹਿਤ ਕੰਪਨੀ ਦੇ ਕਬਜ਼ੇ ਵਾਲੇ ਜਿਹੜੇ ਖੇਤਰ ਹੈ ਉਹਨਾਂ ਨੂੰ ਪਹਿਲੀ ਵਾਰ ਬ੍ਰਿਟਿਸ਼ ਕਬਜ਼ੇ ਵਾਲੇ ਜਿਹੜੇ ਖੇਤਰ ਕਿਹਾ ਗਿਆ। ਠੀਕ ਹੈ ਜੀ, ਜਿੰਨਾ ਵੀ ਭਾਰਤ ਦਾ ਏਰੀਆ ਜਿਹੜਾ ਉਹ ਕੰਪਨੀ ਦੇ ਅਧੀਨ ਸੀ, ਹੁਣ ਉਹ ਸਿੱਧਾ ਬ੍ਰਿਟਿਸ਼ ਸਰਕਾਰ ਦੇ ਅਧੀਨ ਆ ਗਿਆ। ਇਸ ਐਕਟ ਦੇ ਤਹਿਤ ਕੰਪਨੀ ਦੇ ਰਾਜਨੀਤਿਕ ਤੇ ਵਪਾਰਿਕ ਕੰਮਾਂ ਨੂੰ ਪੂਰੀ ਤਰ੍ਹਾਂ ਅਲੱਗ ਕਰ ਦਿੱਤਾ ਗਿਆ। ਧਿਆਨ ਦੇਣਾ ਹੈ ਵੀ ਕਈ ਵਾਰ ਸਵਾਲ ਇਸ ਤਰ੍ਹਾਂ ਪੁੱਛਿਆ ਜਾਂਦਾ ਵੀ ਕੰਪਨੀ ਦੇ ਰਾਜਨੀਤਿਕ ਤੇ ਵਪਾਰਿਕ ਕੰਮਾਂ ਨੂੰ ਮਾਨਤਾ ਕਦੋਂ ਦਿੱਤੀ ਗਈ, ਤਾਂ ਉਹ ਰੈਗੂਲੇਟਿੰਗ ਐਕਟ 1773 ਸੀ। ਜੇ ਸਵਾਲ ਬਣ ਕੇ ਆਉਂਦਾ ਹੈ ਵੀ ਰਾਜਨੀਤਿਕ ਤੇ ਵਪਾਰਿਕ ਕੰਮਾਂ ਨੂੰ ਅਲੱਗ ਕੀਤਾ ਗਿਆ, ਵੱਖ-ਵੱਖ ਕੀਤਾ ਗਿਆ, ਤਾਂ ਉਹ ਸੀ ਪਿਟਸ ਇੰਡੀਆ ਐਕਟ 1784 ਦਾ। ਹਾਂਜੀ, ਜਿਹੜੇ ਵਪਾਰਿਕ ਮਾਮਲਿਆਂ ਦਾ ਜਿਹੜਾ ਸੰਚਾਲਨ ਹੈ ਉਹ ਬੋਰਡ ਆਫ ਡਾਇਰੈਕਟਰਸ ਦੁਆਰਾ ਕੀਤਾ ਜਾਂਦਾ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ ਕੰਪਨੀ ਦਾ ਜਿਹੜਾ ਡਾਇਰੈਕਟਰ ਹੈ ਉਹਦੇ ਵਿੱਚ 24 ਗਵਰਨਿੰਗ ਬੋਡੀ ਸੀ, ਉਹ ਅਲੱਗ ਸੀ, ਤੇ ਬੋਰਡ ਆਫ ਡਾਇਰੈਕਟਰਸ ਹੈ ਇਹ ਅਲੱਗ ਹੈ, ਇਹ 6 ਮੈਂਬਰੀ ਕਮੇਟੀ ਹੈ। ਠੀਕ ਹੈ ਜੀ, ਤੇ ਵਪਾਰਕ ਕੰਮਾਂ ਨੂੰ ਦੇਖਦੀ ਸੀ ਬੋਰਡ ਆਫ ਡਾਇਰੈਕਟਰਸ, ਤੇ ਰਾਜਨੀਤਿਕ ਮਾਮਲਿਆਂ ਨੂੰ ਦੇਖਦੀ ਸੀ ਬੋਰਡ ਆਫ ਕੰਟਰੋਲ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਦੋਹਰੀ ਸ਼ਾਸਨ ਵਿਵਸਥਾ ਉਹ ਆਰੰਭ ਹੋ ਗਈ ਸੀ 1784 ਪਿਟਸ ਇੰਡੀਆ ਐਕਟ ਦੇ ਤਹਿਤ, ਵੀ ਜਿਹੜੇ ਵਪਾਰਕ ਮਾਮਲੇ ਆ ਉਹ ਦੇਖੇਗੀ ਬੋਰਡ ਆਫ ਡਾਇਰੈਕਟਰਸ, ਤੇ ਜਿਹੜੇ ਰਾਜਨੀਤਿਕ ਮਾਮਲੇ ਉਹ ਦੇਖੇਗਾ ਬੋਰਡ ਆਫ ਕੰਟਰੋਲ। ਪਰ ਜਿਹੜਾ ਬੋਰਡ ਆਫ ਕੰਟਰੋਲ ਹੈ ਉਹਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ, ਤੇ ਬੋਰਡ ਆਫ ਡਾਇਰੈਕਟਰਸ ਹੈ ਉਹ ਜਿੰਨੇ ਵੀ ਨਿਯਮ ਬਣਾਉਂਦਾ ਸੀ, ਕਾਨੂੰਨ ਪਾਸ ਕਰਦਾ ਸੀ ਜਾਂ ਸਰਕੂਲਰ ਜਾਰੀ ਕਰਦਾ ਸੀ, ਪੱਤਰ ਜਾਰੀ ਕਰਦਾ ਸੀ, ਉਹ ਜਾਰੀ ਕਰਨ ਤੋਂ ਪਹਿਲਾਂ ਬੋਰਡ ਆਫ ਕੰਟਰੋਲ ਦੀ ਪ੍ਰਵਾਨਗੀ ਜ਼ਰੂਰੀ ਸੀ। ਠੀਕ ਹੈ ਜੀ, ਤੇ ਬੋਰਡ ਆਫ ਕੰਟਰੋਲ ਜਿਹੜਾ ਸਿੱਧਾ ਉਹ ਬ੍ਰਿਟੇਨ ਦੇ ਰਾਜਾ ਦੇ ਅਧੀਨ ਸੀ, ਤੇ ਇਸ ਪ੍ਰਕਾਰ ਇਸ ਐਕਟ ਦੇ ਵਿੱਚ ਰਾਜਾਸ਼ਾਹੀ ਪ੍ਰਣਾਲੀ ਦੀ ਜਿਹੜੀ ਉਹ ਸ਼ੁਰੂਆਤ ਹੋਈ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ ਸਾਰੇ ਫੈਕਟ ਇੰਪੋਰਟੈਂਟ। ਬੋਰਡ ਆਫ ਡਾਇਰੈਕਟਰਸ ਦੇ ਮੈਂਬਰਾਂ ਦੀ ਗਿਣਤੀ ਹੈ ਜਿਹੜੀ ਉਹ 6 ਸੀਗੀ, ਤੇ 6 ਦੇ 6 ਮੈਂਬਰਾਂ ਦੀ ਨਿਯੁਕਤੀ ਹੈ ਬ੍ਰਿਟੇਨ ਦੇ ਰਾਜਾ ਜਾਂ ਸਮਰਾਟ ਦੇ ਦੁਆਰਾ ਕੀਤੀ ਜਾਂਦੀ ਸੀ। ਹਾਂਜੀ, ਇਹਨਾਂ 6 ਮੈਂਬਰਾਂ ਦੇ ਵਿੱਚੋਂ ਇੱਕ ਤਾਂ ਬ੍ਰਿਟੇਨ ਦਾ ਅਰਥ ਮੰਤਰੀ ਜਿਹਨੂੰ ਆਪਾਂ ਫਾਈਨੈਂਸ ਮਿਨਿਸਟਰ ਕਹਾਂਗੇ, ਤੇ ਦੂਸਰਾ ਜਿਹੜਾ ਫੋਰਨ ਸੈਕਟਰੀ ਜਿਹਨੂੰ ਆਪਾਂ ਵਿਦੇਸ਼ ਸਚਿਵ ਕਹਾਂਗੇ ਇਹ ਹੁੰਦਾ ਸੀਗਾ, ਤੇ ਬਾਕੀ ਜਿਹੜੇ 4 ਮੈਂਬਰ ਹੈ ਉਹ ਰਾਜੇ ਜਾਂ ਬ੍ਰਿਟੇਨ ਦੇ ਸਮਰਾਟ ਦੀ ਪ੍ਰੀਵੀ ਕੌਂਸਲ ਦੇ ਮੈਂਬਰਾਂ ਵਿੱਚੋਂ ਚੁਣੇ ਜਾਂਦੇ ਸਨ। ਹਾਂਜੀ, ਗਵਰਨਰ ਜਨਰਲ ਦੀ ਨਿਯੁਕਤੀ ਹੈ ਪਹਿਲਾਂ ਦੀ ਤਰ੍ਹਾਂ ਹੀ ਕੋਰਟ ਆਫ ਡਾਇਰੈਕਟਰਸ ਦੇ ਦੁਆਰਾ ਕੀਤੀ ਜਾਂਦੀ ਸੀ, ਪਰ ਇੰਗਲੈਂਡ ਦੇ ਰਾਜੇ ਕੋਲ ਅਧਿਕਾਰ ਸੀ ਕਿ ਉਹ ਗਵਰਨਰ ਜਨਰਲ ਨੂੰ ਵਾਪਸ ਬੁਲਾ ਸਕਦਾ ਸੀ, ਤੇ ਉਹਦੀ ਜਗ੍ਹਾ ਤੇ ਨਵੇਂ ਗਵਰਨਰ ਜਨਰਲ ਦੀ ਵੀ ਨਿਯੁਕਤੀ ਕਰਵਾ ਸਕਦਾ ਸੀ। ਹਾਂਜੀ, ਗਵਰਨਰ ਜਨਰਲ ਦੇ ਜਿਹੜੇ ਕੌਂਸਲ ਸੀ ਉਹਦੀ ਮੈਂਬਰਾਂ ਦੀ ਗਿਣਤੀ ਪਹਿਲਾਂ 4 ਹੁੰਦੀ ਸੀ, ਪਰ ਜਿਹੜਾ ਪਿਟਸ ਇੰਡੀਆ ਐਕਟ ਹੈ 1784 ਦਾ ਉਹਦੇ ਤਹਿਤ 4 ਤੋਂ ਘਟਾ ਕੇ 3 ਕਰ ਦਿੱਤੀ ਗਈ। ਠੀਕ ਹੈ ਜੀ, ਤੇ 3 ਮੈਂਬਰਾਂ ਦੇ ਵਿੱਚੋਂ ਇੱਕ ਜਿਹੜਾ ਮੁੱਖ ਸੈਨਾਪਤੀ ਹੋਣਾ ਲਾਜ਼ਮੀ ਸੀ। ਠੀਕ ਹੈ ਜੀ, ਧਿਆਨ 'ਚ ਰੱਖਣੇ ਜੀ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਇਸ ਐਕਟ ਦੇ ਤਹਿਤ ਜਿਹੜਾ ਗਵਰਨਰ ਜਨਰਲ ਹੈ ਉਹਦੀ ਇੰਪੋਰਟੈਂਸ ਆ ਉਹ ਵੱਧ ਗਈ। ਠੀਕ ਹੈ, ਕਿਉਂ ਵੱਧ ਗਈ? ਇਹਦਾ ਕਾਰਨ ਇਹ ਸੀ ਜਿਹੜੀ ਉਹਦੀ ਸਲਾਹਕਾਰੀ ਜਿਹੜੀ ਕੌਂਸਲ ਸੀ ਉਹਦੇ ਵਿੱਚ 3 ਮੈਂਬਰ ਰਹਿ ਗਏ ਸੀ, ਤੇ 3 ਮੈਂਬਰਾਂ ਦੇ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਸਾਰੇ ਫੈਸਲੇ ਉਹ ਲੈ ਸਕਦਾ ਸੀ। ਹਾਂਜੀ, ਬੋਰਡ ਆਫ ਡਾਇਰੈਕਟਰਸ ਹੈ ਦੁਆਰਾ ਤਿਆਰ ਕੀਤੇ ਗਏ ਜਿੰਨੇ ਵੀ ਪੱਤਰ ਜਾਂ ਆਦੇਸ਼ ਹੁੰਦੇ ਸੀਗੇ ਉਹ ਸਭ ਤੋਂ ਪਹਿਲਾਂ ਬੋਰਡ ਆਫ ਕੰਟਰੋਲ ਦੇ ਸਾਹਮਣੇ ਰੱਖਣੇ ਪੈਣੇ ਜ਼ਰੂਰੀ ਸੀਗੇ। ਠੀਕ ਹੈ ਜੀ, ਬੋਰਡ ਆਫ ਕੰਟਰੋਲ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਸੀ, ਤੇ ਬੋਰਡ ਆਫ ਡਾਇਰੈਕਟਰਸ ਹੈ ਉਹ ਬੋਰਡ ਆਫ ਕੰਟਰੋਲ ਦੇ ਅਧੀਨ ਹੀ ਕੰਮ ਕਰਦਾ ਸੀ, ਤੇ ਭਾਰਤ ਤੋਂ ਜਿੰਨੇ ਵੀ ਪੱਤਰ ਪ੍ਰਾਪਤ ਹੁੰਦੇ ਸੀ ਉਹ ਵੀ ਬੋਰਡ ਆਫ ਕੰਟਰੋਲ ਦੇ ਸਾਹਮਣੇ ਰੱਖੇ ਜਾਣੇ ਜ਼ਰੂਰੀ ਸੀ। ਬੋਰਡ ਆਫ ਕੰਟਰੋਲ ਹੈ ਜਿਹੜਾ ਬੋਰਡ ਆਫ ਡਾਇਰੈਕਟਰ ਦੁਆਰਾ ਦਿੱਤੇ ਗਏ ਕੋਈ ਵੀ ਆਦੇਸ਼ ਪੱਤਰਾਂ ਨੂੰ ਸੋਧ ਵੀ ਸਕਦਾ ਸੀ। ਠੀਕ ਹੈ ਜੀ, ਬੋਰਡ ਆਫ ਡਾਇਰੈਕਟਰਸ ਜਿੰਨੇ ਵੀ ਫੈਸਲੇ ਕਰਦਾ ਸੀ, ਕਾਨੂੰਨ ਬਣਾਉਂਦਾ ਸੀ, ਨਿਯਮ ਬਣਾਉਂਦਾ ਸੀ, ਪੱਤਰ ਜਾਰੀ ਕਰਦਾ ਸੀ, ਤੇ ਉਹਨਾਂ ਸਾਰੇ ਪੱਤਰਾਂ ਆਦੇਸ਼ਾਂ ਨੂੰ ਕੌਣ ਸੋਧ ਸਕਦਾ ਸੀ? ਬੋਰਡ ਆਫ ਕੰਟਰੋਲ। ਯਾਨੀ ਕਿ ਬੋਰਡ ਆਫ ਕੰਟਰੋਲ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ, ਤੇ ਬੋਰਡ ਆਫ ਡਾਇਰੈਕਟਰਸ ਹੈ ਉਹ ਬੋਰਡ ਆਫ ਕੰਟਰੋਲ ਦੇ ਅਧੀਨ ਹੀ ਕੰਮ ਕਰਦਾ ਸੀ। ਹਾਂਜੀ, ਬੋਰਡ ਆਫ ਕੰਟਰੋਲ ਹੈ ਜਿਹੜਾ ਉਹਦੇ 'ਤੇ ਜਿੰਨੀ ਵੀ ਧਨ ਰਾਸ਼ੀ ਖਰਚ ਕੀਤੀ ਜਾਂਦੀ ਸੀ ਉਹ ਭਾਰਤੀ ਰਾਜ ਸਭਾ ਦੇ ਵਿੱਚੋਂ ਦਿੱਤੀ ਜਾਂਦੀ ਸੀ, ਪਰ ਇਹਦੇ 'ਤੇ ਇੱਕ ਸ਼ਰਤ ਲਾਗੂ ਹੁੰਦੀ ਸੀ ਵੀ ਜੇ ਇਹ ਸਾਲਾਨਾ ਖਰਚਾ 16,000 ਪਾਉਂਡ ਤੋਂ ਵੱਧ ਜਾਵੇ ਤਾਂ ਇਹ ਖਰਚਾ ਭਾਰਤੀ ਰਾਜ ਸਭਾ ਦੇ ਵਿੱਚੋਂ ਨਹੀਂ ਲਿਆ ਜਾਵੇਗਾ, ਭਾਵੇਂ ਇਹ ਨਿਯਮ ਨਹੀਂ ਲਾਗੂ ਹੁੰਦਾ ਸੀ। ਬੋਰਡ ਆਫ ਕੰਟਰੋਲ ਦਾ ਜਿਹੜਾ ਚੇਅਰਮੈਨ ਹੈ ਉਹ ਖੁਦ ਰਾਜ ਮੰਤਰੀ ਹੁੰਦਾ ਸੀ, ਤੇ ਬੋਰਡ ਆਫ ਡਾਇਰੈਕਟਰਸ ਨੂੰ ਸਮਰਾਟ ਦੀ ਪ੍ਰਵਾਨਗੀ ਦੇ ਨਾਲ ਗਵਰਨਰ ਜਨਰਲ ਤੇ ਉਸ ਦੀ ਕੌਂਸਲ ਦੀ ਨਿਯੁਕਤੀ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ। ਠੀਕ ਹੈ ਜੀ, ਜਿਹੜਾ ਗਵਰਨਰ ਜਨਰਲ ਤੇ ਉਹਦੀ ਕੌਂਸਲ ਦੇ ਮੈਂਬਰ ਹੈ ਜਿਹੜੇ ਘੱਟ ਕੇ 3 ਰਹਿ ਗਏ ਸੀ, ਇਹਨਾਂ ਦੀ ਨਿਯੁਕਤੀ ਜਿਹੜੀ ਬੋਰਡ ਆਫ ਡਾਇਰੈਕਟਰਸ ਦੁਆਰਾ ਕੀਤੀ ਜਾਂਦੀ ਸੀ। ਠੀਕ ਹੈ ਜੀ, ਤੇ ਇਸ ਐਕਟ ਦੇ ਤਹਿਤ ਬੰਬਈ ਮਦਰਾਸ ਦੇ ਗਵਰਨਰ ਪੂਰੀ ਤਰ੍ਹਾਂ ਗਵਰਨਰ ਜਨਰਲ ਦੇ ਅਧੀਨ ਕਰ ਦਿੱਤੇ ਗਏ। ਹਾਂਜੀ, ਇਸ ਤੋਂ ਪਹਿਲਾਂ ਜਿਹੜੇ ਕੀ ਸੀਗਾ ਬੰਬਈ ਤੇ ਮਦਰਾਸ ਦੇ ਜਿਹੜੇ ਗਵਰਨਰ ਹੈ ਉਹਦੀ ਦੇਖ ਰੇਖ ਕਰਦਾ ਸੀਗਾ ਬੰਗਾਲ ਦਾ ਗਵਰਨਰ ਜਨਰਲ, ਪਰ ਇਸ ਜਿਹੜਾ ਪਿਟਸ ਇੰਡੀਆ ਐਕਟ ਹੈ ਇਹਦੇ ਵਿੱਚ ਪੂਰੀ ਤਰ੍ਹਾਂ ਕੰਟਰੋਲ ਵਿੱਚ ਆ ਗਏ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ। ਹਾਂਜੀ, ਵਾਰਨ ਹੇਸਟਿੰਗ ਹੈ ਜਿਹੜਾ ਤਤਕਾਲੀ ਗਵਰਨਰ ਜਨਰਲ ਸੀ ਉਸ ਸਮੇਂ ਦਾ, ਉਸਨੇ ਇਸ ਐਕਟ ਦਾ ਵਿਰੋਧ ਕੀਤਾ, ਤੇ 1785 ਵਿੱਚ ਉਸਨੇ ਅਸਤੀਫਾ ਦੇ ਦਿੱਤਾ ਤੇ ਵਾਪਸ ਇੰਗਲੈਂਡ ਉਹ ਚਲਾ ਗਿਆ। ਠੀਕ ਹੈ ਜੀ, ਉੱਥੇ ਬੁਰਕ ਨਾਂ ਦਾ ਇੱਕ ਮੰਤਰੀ ਸੀ, ਉਸਨੇ ਇਸ ਦੇ ਉੱਪਰ ਭ੍ਰਿਸ਼ਟਾਚਾਰ ਤੇ ਮਹਾਦੋਸ਼ ਦੇ ਇਲਜ਼ਾਮ ਲਗਾਏ, ਪਰ ਬਾਅਦ ਵਿੱਚ ਵਾਰਨ ਹੇਸਟਿੰਗ ਨੂੰ ਇਹਨਾਂ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ। ਇਸ ਐਕਟ ਦੇ ਤਹਿਤ ਗਵਰਨਰ ਜਨਰਲ ਕਿਸੇ ਵੀ ਸੰਧੀ ਨੂੰ ਕਰਨ ਤੋਂ ਪਹਿਲਾਂ ਠੀਕ ਹੈ ਜੀ ਕੰਪਨੀ ਦੇ ਡਾਇਰੈਕਟਰਸ ਦੀ ਪ੍ਰਵਾਨਗੀ ਲਵੇਗਾ। ਇਹ ਵੀ ਜਿਹੜਾ ਹੈ ਪਿਟਸ ਇੰਡੀਆ ਐਕਟ 1784 ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ। ਠੀਕ ਹੈ, ਧਿਆਨ ਰੱਖਣਾ ਹੈ ਜਿਹੜਾ ਗਵਰਨਰ ਜਨਰਲ ਹੈ ਤੇ 3 ਮੈਂਬਰ ਜਿਹੜੀ ਕੌਂਸਲ ਰਹਿ ਗਈ ਸੀ ਉਹਦੀ ਜਿਹੜੀ ਅਪਾਇੰਟਮੈਂਟ ਹੈ ਉਹ ਡਾਇਰੈਕਟਰ ਕਰਦਾ ਸੀਗਾ, ਕੰਪਨੀ ਦੇ ਡਾਇਰੈਕਟਰ ਦੁਆਰਾ ਕੀਤੀ ਜਾਂਦੀ ਸੀ, ਤੇ ਇਹ ਕੰਪਨੀ ਦਾ ਜਿਹੜਾ ਡਾਇਰੈਕਟਰ ਹੈ ਉਹਨਾਂ ਨਾਵਾਂ ਦੀ ਜਿਹੜੀ ਸੂਚੀ ਆ ਉਹ ਭੇਜਦਾ ਸੀਗਾ ਬ੍ਰਿਟੇਨ ਦੇ ਰਾਜਾ ਨੂੰ। ਹਾਂਜੀ, ਇਸ ਐਕਟ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਬ੍ਰਿਟਿਸ਼ ਸਰਕਾਰ ਲਈ ਭਾਰਤੀ ਰਾਜਾਂ ਨੂੰ ਜਿੱਤਣਾ ਜ਼ਰੂਰੀ ਨਹੀਂ, ਜੇ ਸਾਮਰਾਜਵਾਦੀ ਨੀਤੀ ਅਪਣਾਉਣ ਦੀ ਕੋਈ ਲੋੜ ਨਹੀਂ, ਤੇ ਉਸ ਦੀ ਨਿੰਦਾ ਵੀ ਕੀਤੀ ਸਾਮਰਾਜਵਾਦ ਨੀਤੀ ਦੀ। ਠੀਕ ਹੈ ਜੀ, ਇਸ ਐਕਟ ਦੇ ਤਹਿਤ। ਠੀਕ ਹੈ, ਧਿਆਨ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਇਸ ਐਕਟ ਨੇ ਕੰਪਨੀ ਦੇ ਕਰਮਚਾਰੀਆਂ ਜਿਹੜੇ ਸੀਗੇ ਜਿਹੜੇ ਵਿਦੇਸ਼ੀ ਭਾਰਤੀ ਰਾਜਾਂ ਤੋਂ ਪੈਸੇ ਲੈਂਦੇ ਸੀ ਉਸ ਨੂੰ ਵੀ ਗਲਤ ਦੱਸਿਆ। ਠੀਕ ਹੈ, ਤੇ ਅਜਿਹੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੇ ਲਈ ਮੁਲਾਜ਼ਮਾਂ ਦੇ ਲਈ ਸਖਤ ਕਾਨੂੰਨ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ 1784 ਦੇ ਪਿਟਸ ਇੰਡੀਆ ਐਕਟ ਦੇ ਤਹਿਤ। ਹਾਂਜੀ, ਭਾਰਤ ਵਿੱਚ ਅੰਗਰੇਜ਼ ਅਫਸਰਾਂ ਦੇ ਵਿਰੁੱਧ ਮੁਕੱਦਮਾ ਚਲਾਉਣ ਦੇ ਲਈ ਵੀ ਉਹ ਅੰਗਰੇਜ਼ ਅਫਸਰ ਜਿਹੜੇ ਕਿ ਬ੍ਰਿਟੇਨ ਦੇ ਰਾਜਾ ਦੇ ਨਿਯਮਾਂ ਦੇ ਦਿੱਤੇ ਗਏ ਹੁਕਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਉੱਪਰ ਮੁਕੱਦਮਾ ਚਲਾਉਣ ਦੇ ਲਈ ਇੰਗਲੈਂਡ ਦੇ ਵਿੱਚ ਇੱਕ ਅਦਾਲਤ ਦੀ ਸਥਾਪਨਾ ਵੀ ਕੀਤੀ ਗਈ। ਹਾਂਜੀ, ਇਸ ਐਕਟ ਦੇ ਵਿੱਚ 1786 ਵਿੱਚ ਕੁਝ ਸੋਧਾਂ ਕੀਤੀਆਂ ਗਈਆਂ। ਜਿਹੜਾ ਪਿਟਸ ਇੰਡੀਆ ਐਕਟ ਹੈ ਉਹਦੇ ਵਿੱਚ ਵੀ ਕੁਝ ਖਾਮੀਆਂ ਸੀ, ਤੇ ਇਹਨਾਂ ਖਾਮੀਆਂ ਨੂੰ ਦੂਰ ਕਰਨ ਦੇ ਲਈ 1786 ਦੇ ਵਿੱਚ ਇੱਕ ਹੋਰ ਐਕਟ ਲਿਆਂਦਾ ਗਿਆ, ਉਹਨੂੰ ਆਪਾਂ 1786 ਦਾ ਅਮੈਂਡਮੈਂਟ ਐਕਟ ਕਹਿੰਦੇ ਆ। ਤੇ ਗਵਰਨਰ ਜਨਰਲ ਹੈ ਉਹਨੂੰ ਚੀਫ ਜਨਰਲ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ, ਤੇ ਵਿਸ਼ੇਸ਼ ਸਥਿਤੀਆਂ ਦੇ ਵਿੱਚ ਜਿਹੜਾ ਗਵਰਨਰ ਜਨਰਲ ਹੈ ਉਹ ਉਹਦੇ ਸਹਾਇਕ ਬੋਰਡ ਜਿਹੜਾ 3 ਮੈਂਬਰੀ ਕੌਂਸਲ ਸੀਗਾ ਉਹਦੀਆਂ ਹਦਾਇਤਾਂ ਨੂੰ ਵੀ ਰੱਦ ਕਰ ਸਕਦਾ ਸੀ। ਠੀਕ ਹੈ, ਕੁਝ ਕੁ ਸਥਿਤੀਆਂ ਦੇ ਵਿੱਚ ਇਹ ਧਿਆਨ 'ਚ ਰੱਖਣਾ ਜੀ।
ਹਾਂਜੀ, ਪਿਟਸ ਇੰਡੀਆ ਐਕਟ 1784 ਦੇ ਵਿੱਚ ਵੀ ਕੁਝ ਕਮੀਆਂ ਰਹਿ ਗਈਆਂ ਤੇ ਇਹਨਾਂ ਨੂੰ ਦੂਰ ਕਰਨ ਦੇ ਲਈ ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਚਾਰਟਰ ਐਕਟ 1793 ਲਿਆਂਦਾ ਗਿਆ। ਹਾਂਜੀ, ਇਹ ਜਿਹੜਾ ਚਾਰਟਰ ਐਕਟ 1793 ਹੈ ਇਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਪੜਾਂਗੇ। ਪਿਟਸ ਇੰਡੀਆ ਐਕਟ ਕਿਸ ਸਾਲ ਪਾਸ ਹੋਇਆ? ਹਾਂਜੀ, ਜਿਹੜਾ ਪਿਟਸ ਇੰਡੀਆ ਐਕਟ ਹੈ ਇਹ 1784 ਦੇ ਵਿੱਚ ਪਾਸ ਹੋਇਆ ਸੀ। ਹਾਂਜੀ, ਇਹ ਜਿਹੜਾ ਰੈਗੂਲੇਟਿੰਗ ਐਕਟ ਹੈ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ ਹੋਇਆ ਸੀ। ਹਾਂਜੀ, ਪਿਟਸ ਇੰਡੀਆ ਐਕਟ ਆਫ 1784 ਵਾਜ਼ ਐਂਡ ਦੱਸਣਾ ਹੈ 1784 ਦਾ ਪਿਟਸ ਇੰਡੀਆ ਐਕਟ ਕੀ ਸੀ। ਇਹ ਅਸਲ ਦੇ ਵਿੱਚ ਰੈਗੂਲੇਟਿੰਗ ਐਕਟ ਸੀਗਾ ਕਿਉਂਕਿ ਇਸ ਐਕਟ ਦੇ ਤਹਿਤ ਕੰਪਨੀ ਦੇ ਕੰਮਾਂ ਦੇ ਉੱਪਰ ਕੰਟਰੋਲ ਕੀਤਾ ਗਿਆ। ਵਿਚ ਆਫ ਦੀ ਫੋਲੋਇੰਗ ਐਕਟ ਲਿਡ ਟੂ ਦੀ ਇੰਟਰੋਡਕਸ਼ਨ ਆਫ ਦੀ ਡਿਊਲ ਸਿਸਟਮ ਆਫ ਗਵਰਨਮੈਂਟ ਇਨ ਇੰਡੀਆ ਦੱਸਣਾ ਇਹਨਾਂ ਵਿੱਚੋਂ ਕਿਹੜੇ ਐਕਟ ਨੇ ਭਾਰਤ ਦੇ ਵਿੱਚ ਡਿਊਲ ਸਿਸਟਮ ਲਿਆਂਦਾ ਸੀ। ਹਾਂਜੀ, ਉਹ ਪਿਟਸ ਇੰਡੀਆ ਐਕਟ 1784 ਦਾ ਸੀ ਕਿਉਂਕਿ ਜਿਹੜੇ ਕੰਪਨੀ ਦੇ ਕੰਮ ਵਪਾਰਕ ਤੇ ਰਾਜਨੀਤਿਕ ਕੰਮਾਂ ਦੇ ਵਿੱਚ ਵੰਡ ਦਿੱਤੇ ਗਏ ਸੀ। ਹਾਂਜੀ, ਇੱਕ ਤਾਂ ਬੋਰਡ ਆਫ ਡਾਇਰੈਕਟਰਸ ਸੀਗਾ ਤੇ ਦੂਸਰਾ ਬੋਰਡ ਆਫ ਕੰਟਰੋਲ ਸੀਗਾ। ਸਾਰੇ ਜਿੰਨੇ ਵੀ ਵਪਾਰਕ ਟ੍ਰੇਡ ਨਾਲ ਸੰਬੰਧਿਤ ਕੰਮ ਸੀਗੇ ਉਹ ਦੇਖਦਾ ਸੀ ਬੋਰਡ ਆਫ ਡਾਇਰੈਕਟਰਸ ਤੇ ਜਿੰਨੇ ਵੀ ਰਾਜਨੀਤਿਕ ਪੋਲੀਟੀਕਲ ਮਾਮਲੇ ਸੀ ਅਫੇਅਰ ਸੀਗੇ ਉਹਨਾਂ ਨੂੰ ਦੇਖਦਾ ਸੀਗਾ ਬੋਰਡ ਆਫ ਕੰਟਰੋਲ। ਠੀਕ ਹੈ ਜੀ, ਬੋਰਡ ਆਫ ਕੰਟਰੋਲ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਤੇ ਬੋਰਡ ਆਫ ਡਾਇਰੈਕਟਰ ਹੈ ਉਹ ਬੋਰਡ ਆਫ ਕੰਟਰੋਲ ਦੇ ਅਧੀਨ ਹੀ ਕੰਮ ਕਰਦਾ ਸੀ। ਪਿਟਸ ਇੰਡੀਆ ਐਕਟ 1784 ਦੁਆਰਾ ਸੂਬਾਈ ਕੌਂਸਲ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ ਕਿੰਨੀ ਕਰ ਦਿੱਤੀ ਗਈ? ਹਾਂਜੀ, ਜਿਹੜੀ 4 ਤੈਅ ਕੀਤੀ ਗਈ ਸੀ ਇਹ ਰੈਗੂਲੇਟਿੰਗ ਐਕਟ 1773 ਦੇ ਤਹਿਤ ਕੀਤੀ ਗਈ ਸੀ ਤੇ ਪਿਟਸ ਇੰਡੀਆ ਐਕਟ 1784 ਦੇ ਵਿੱਚ 4 ਤੋਂ ਘਟਾ ਕੇ ਗਿਣਤੀ 3 ਕਰ ਦਿੱਤੀ ਗਈ। ਦੋਹਰੀ ਸ਼ਾਸਨ ਵਿਵਸਥਾ ਕਿਸ ਐਕਟ ਅਧੀਨ ਲਾਗੂ ਕੀਤੀ ਗਈ? ਹਾਂਜੀ, ਦੋਹਰੀ ਸ਼ਾਸਨ ਵਿਵਸਥਾ ਜਿਹੜੀ ਉਹ ਵੀ ਪਿਟਸ ਇੰਡੀਆ ਐਕਟ 1784 ਦੇ ਤਹਿਤ ਲਾਗੂ ਕੀਤੀ ਗਈ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਦੱਸਣਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਉਹ ਠੀਕ ਨਹੀਂ ਹੈ, ਯਾਨੀ ਕਿ ਆਪਾਂ ਗਲਤ ਸਟੇਟਮੈਂਟ ਦੀ ਚੋਣ ਕਰਨੀ ਹੈ। ਰੈਗੂਲੇਟਿੰਗ ਐਕਟ 1773 ਵਾਜ਼ ਦੀ ਫਸਟ ਸਟੈਪ ਟੂ ਰੈਗੂਲੇਟ ਦੀ ਅਫੇਅਰ ਆਫ ਦੀ ਕੰਪਨੀ। ਹਾਂਜੀ, ਇਸ ਕੰਪਨੀ ਦੇ ਜਿਹੜੇ ਜਿੰਨੇ ਵੀ ਕੰਮ ਹੈ ਉਹਨਾਂ ਨੂੰ ਰੈਗੂਲੇਟ ਕਰਨ ਦਾ ਪਹਿਲਾ ਕਦਮ ਹੈ ਉਹ ਰੈਗੂਲੇਟਿੰਗ ਐਕਟ 1773 ਸੀ। ਬਿਲਕੁਲ ਰਾਈਟ ਹੈ ਜੀ। ਲਾਰਡ ਵਿਲੀਅਮ ਬੈਂਟਿਕ ਵਾਜ਼ ਦੀ ਫਸਟ ਗਵਰਨਰ ਜਨਰਲ ਆਫ ਇੰਡੀਆ। ਹਾਂਜੀ, ਗੱਲ ਹੋ ਰਹੀ ਹੈ ਫਸਟ ਗਵਰਨਰ ਜਨਰਲ ਆਫ ਇੰਡੀਆ ਦੀ। ਇਹ ਪੋਸਟ ਬਣੀ ਸੀ 1833 ਦੇ ਵਿੱਚ। ਠੀਕ ਹੈ ਜੀ, ਚਾਰਟਰ ਐਕਟ ਆਫ 1833 ਦੇ ਤਹਿਤ ਬਣੀ ਸੀ ਤੇ ਲਾਰਡ ਵਿਲੀਅਮ ਬੈਂਟਿਕ ਹੈ ਉਹ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਬਣਿਆ। ਇਹ ਵੀ ਬਿਲਕੁਲ ਰਾਈਟ ਹੈ ਜੀ। ਹਾਂਜੀ, ਪਿਟਸ ਇੰਡੀਆ ਐਕਟ 1784 established the dual system of the ਗਵਰਨੈਂਸ ਇਨ ਇੰਡੀਆ। 1784 ਦਾ ਜਿਹੜਾ ਪਿਟਸ ਇੰਡੀਆ ਐਕਟ ਹੈ ਉਹਦੇ ਤਹਿਤ ਦੋਹਰੀ ਸ਼ਾਸਨ ਵਿਵਸਥਾ ਜਿਹੜੀ ਉਹ ਭਾਰਤ ਦੇ ਵਿੱਚ ਉਹ ਸਥਾਪਿਤ ਕੀਤੀ ਗਈ। ਇਹ ਵੀ ਬਿਲਕੁਲ ਰਾਈਟ ਹੈ। ਹਾਂਜੀ, ਇਹਦੇ ਵਿੱਚ ਪੁੱਛਿਆ ਸੀਗਾ ਨਾਟ ਕਰੈਕਟ, ਇਹਨਾਂ ਵਿੱਚੋਂ ਕਿਹੜਾ ਠੀਕ ਨਹੀਂ ਹੈ। ਅੱਗੇ ਹੈ ਜੀ ਆਲ ਆਫ ਦੀ ਅਬਵ ਆਰ ਰੋਂਗ, ਸਾਰੇ ਉੱਪਰਲੇ ਗਲਤ ਹਨ। ਹਾਂਜੀ, ਸਾਰੇ ਉੱਪਰਲੇ ਗਲਤ ਹੈ, ਬਿਲਕੁਲ ਗਲਤ ਹੈ ਜੀ ਸਾਰੀਆਂ ਆਪਸ਼ਨਾਂ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਨਾਟ ਕਰੈਕਟ। ਠੀਕ ਹੈ ਜੀ, ਬਲਕਿ ਸਾਰੇ ਕੀ ਹੋ ਗਏ, ਸਹੀ ਹੋ ਗਏ ਤੇ ਫਿਰ ਇਸ ਸਵਾਲ ਦਾ ਉੱਤਰ ਬਣ ਜਾਏਗਾ ਡੀ। ਹਾਂਜੀ, ਅੰਡਰ ਵਿਚ ਐਕਟ ਦੀ ਕੰਪਨੀ ਟੈਰੀਟਰੀਜ਼ ਇਨ ਇੰਡੀਆ ਵਰ ਫॉर ਦੀ ਫਸਟ ਟਾਈਮ ਕਾਲਡ ਦੀ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ। ਹਾਂਜੀ, ਕੰਪਨੀ ਦੇ ਅਧੀਨ ਜਿੰਨੇ ਵੀ ਖੇਤਰ ਸੀਗੇ ਭਾਰਤ ਵਿੱਚ ਉਹਨੂੰ ਪਹਿਲੀ ਵਾਰ ਬ੍ਰਿਟਿਸ਼ ਦੇ ਕਬਜ਼ੇ ਵਾਲੇ ਖੇਤਰ ਕਿਹਾ ਗਿਆ ਭਾਰਤ ਵਿੱਚ। ਕਿਸ ਐਕਟ ਤਹਿਤ ਕਿਹਾ ਗਿਆ ਸੀ? ਹਾਂਜੀ, ਇਹ ਵੀ ਪਿਟਸ ਇੰਡੀਆ ਐਕਟ 1784 ਦਾ ਸੀ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।